ਸਤਿ ਸ਼੍ਰੀ ਅਕਾਲ ਜੀ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਨੂਰਵਰਜੋਤ ਕਰਦੀ ਹਾਂ ਸਵਾਗਤ। ਸੋ ਅੱਜ ਉਹ ਫੈਸਲਾ ਆ ਗਿਆ ਜਿਸ ਦਾ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਉਹ ਕਿੰਨੇ ਕੁ ਪੂਰੇ ਕਰਨ ਜਾ ਰਹੀ ਹੈ ਪਾਰਟੀ। ਸੋ ਅੱਜ ਪੰਜਾਬ ਦਾ ਬਜਟ ਪੇਸ਼ ਹੋ ਚੁੱਕਿਆ ਹੈ ਜੀ। ਬਿਲਕੁਲ 2022 ਤੇ 23 ਦਾ ਬਜਟ ਜਿਹੜਾ ਅੱਜ ਵਿੱਤ ਮੰਤਰੀ ਦੇ ਵੱਲੋਂ ਪੇਸ਼ ਕਰ ਦਿੱਤਾ ਗਿਆ। ਸੋ ਕੀ ਖੁਸ਼ਖਬਰੀਆਂ ਨੇਗੀਆਂ ਪੰਜਾਬ ਦੇ ਲੋਕਾਂ ਦੇ ਲਈ। ਸੋ ਕਿਹੜੇ ਵਾਅਦੇ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਪੂਰੇ ਕੀਤੇ ਨੇ, ਇਸ ਰਿਪੋਰਟ ਦੇ ਵਿੱਚ ਅਸੀਂ ਖਾਸ ਚਰਚਾ ਵੀ ਕਰਾਂਗੇ। ਔਰ ਖਾਸ ਗੱਲ ਇਹ ਵੀ ਹੈ ਕਿ ਇਸ ਵਾਰ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਪੰਜਾਬ ਦਾ ਬਜਟ ਪੇਪਰਲੈਸ ਜਿਹੜਾ ਹੈ ਪੇਸ਼ ਕੀਤਾ ਗਿਆ, ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਨਾਲ ਕਾਫੀ ਫਾਇਦਾ ਹੋ ਰਿਹਾ, ਕਰੋੜਾਂ ਰੁਪਏ ਦਾ ਫਾਇਦਾ ਹੋ ਰਿਹਾ ਤੇ ਉੱਥੇ ਜਿਹੜੀ ਹੈ ਰੁੱਖਾਂ ਦੀ ਕਟਾਈ ਤੋਂ ਵੀ ਬਚਾ ਹੋ ਰਿਹਾ। ਸੋ ਨਿੱਕੀ ਚੀਜ਼ ਦੇ ਵੀ ਪੰਜਾਬ ਸਰਕਾਰ ਇੱਥੇ ਪੈਸੇ ਬਚਾ ਰਹੀ ਹੈ ਤੇ ਪੰਜਾਬ ਦਾ ਖਜ਼ਾਨਾ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਹੁਣ ਜਿਹੜੇ ਕੁਝ ਫੈਸਲੇ ਸੀਗੇ, ਜਿਵੇਂ ਕੱਚੇ ਮੁਲਾਜ਼ਮ ਪੱਕੇ ਕਰਨੇ ਸੀਗੇ ਔਰ ਪੋਸਟਾਂ ਜਿਹੜੀਆਂ ਕੱਢਣੀਆਂ ਸੀਗੀਆਂ 26,000 ਤੋਂ ਤਕਰੀਬਨ ਜ਼ਿਆਦਾ ਨਵੀਆਂ ਭਰਤੀਆਂ ਕਰਨੀਆਂ ਸੀਗੀਆਂ ਸਰਕਾਰ ਨੇ, ਔਰ ਮੁਹੱਲਾ ਕਲੀਨਿਕ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਨੇ ਉਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਅਸੀਂ ਉਹ ਬਣਾਉਣੇ ਨੇ। ਤਾਂ ਹਰ ਤਰ੍ਹਾਂ ਦੀਆਂ ਜੋ ਕਾਲਜਾਂ ਯੂਨੀਵਰਸਿਟੀਆਂ ਨੂੰ ਸਿੱਖਿਆ ਨੂੰ ਲੈ ਕੇ ਜੇਕਰ ਗੱਲ ਕਰ ਲਈਏ, ਸਿਹਤ ਅਤੇ ਸਿੱਖਿਆ ਨੂੰ ਲੈ ਕੇ ਮੁੱਖ ਫੋਕਸ ਇਸ ਦੇ ਵਿੱਚ ਰੱਖਿਆ ਗਿਆ ਤੇ ਸਿਹਤ ਤੇ ਸਿੱਖਿਆ ਨੂੰ ਲੈ ਕੇ ਜ਼ਿਆਦਾ ਕੁੱਲ ਬਜਟ ਦੇ ਵਿੱਚੋਂ ਥੋੜਾ ਜ਼ਿਆਦਾ ਪਰਸੈਂਟੇਜ ਦਿੱਤਾ ਗਿਆ। ਪਿਛਲੇ ਸਾਲਾਂ ਦੀ ਜੇਕਰ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੀ ਇਹ ਧਾਰਨਾ ਸੀਗੀ ਤੇ ਸਿਹਤ ਤੇ ਸਿੱਖਿਆ ਨੂੰ ਲੈ ਕੇ ਅਸੀਂ ਅੱਗੇ ਲੈ ਕੇ ਜਾਵਾਂਗੇ। ਕਈ ਇਸ ਤਰ੍ਹਾਂ ਦੀਆਂ ਗੱਲਾਂ ਨੇ। ਸੋ ਕਈ ਸਾਡੇ ਮਨ ਦੇ ਵਿੱਚ ਸ਼ੰਕਾਵਾਂ ਵੀ ਹੋਣਗੀਆਂ, ਖਾਸ ਕਰਕੇ ਜਿਹੜੇ ਪੱਕੇ ਮੁਲਾਜ਼ਮ ਜਿਹੜੇ ਕੱਚੇ ਮੁਲਾਜ਼ਮ ਸੋਚਦੇ ਨੇ ਕਿ ਸਾਨੂੰ ਪੱਕਾ ਕਰ ਦੇਣ ਜਿਹੜੇ ਅਸੀਂ ਕੰਟਰੈਕਟ ਤੇ ਜਿਹੜੇ ਲੱਗੇ ਹੋਏ ਨੇ। ਸੋ ਕੀ ਇਸ ਵਾਰ ਖਾਸ ਹੋਇਆ? ਸੋ ਆਓ ਆਪਾਂ ਡਿਟੇਲ ਵਾਈਜ਼ ਚਰਚਾ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਸ਼ਰਾਬ ਤੋਂ 9,648 ਕਰੋੜ ਰੁਪਏ ਦੀ ਕਮਾਈ ਹੋਵੇਗੀ। ਇਹ ਪਿਛਲੇ ਸਾਲ ਨਾਲੋਂ 56% ਵੱਧ ਹੈ, ਕਿਉਂਕਿ ਜੇਕਰ ਗੱਲ ਕਰ ਲਈਏ ਤਾਂ ਹੁਣ ਸ਼ਰਾਬ ਵੀ ਜਿਹੜੀ ਹੈ ਚੰਡੀਗੜ੍ਹ ਹਰਿਆਣੇ ਦੇ ਰੇਟ ਦੇ ਵਿੱਚ ਪੰਜਾਬ ਨੂੰ ਮਿਲੇਗੀ। ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਚੰਡੀਗੜ੍ਹ ਹਰਿਆਣਾ ਤੋਂ ਜਿਹੜੀ ਸ਼ਰਾਬ ਤਾਂ ਲੈ ਆਉਂਦੇ ਸੀਗੇ ਪੰਜਾਬ ਦੇ ਵਿੱਚ ਮਹਿੰਗੇ ਰੇਟ ਤੇ ਵੇਚ ਦਿੰਦੇ ਸੀਗੇ, ਜਿਸ ਨਾਲ ਜਿਹੜਾ ਇਹ ਮਾਫੀਆ ਵੱਧਦਾ ਜਾ ਰਿਹਾ ਸੀ। ਤਾਂ ਪੰਜਾਬ ਸਰਕਾਰ ਨੇ ਇਸ ਤੇ ਨੱਥ ਪਾਈ ਤੇ ਜਿਹੜਾ ਪੈਸਾ ਹੈ ਸ਼ਰਾਬ ਜਿਹੜੀ ਖਰੀਦੀ ਜਾਂਦੀ ਸੀ ਵੱਧ ਪੈਸੇ ਤੇ ਉਹ ਸਾਰਾ ਪੈਸਾ ਪੰਜਾਬ ਦੇ ਖਾਨੇ ਦੇ ਵਿੱਚ ਜਾ ਕੇ ਖਜ਼ਾਨੇ ਦੇ ਵਿੱਚ ਜਾ ਕੇ ਇਕੱਠਾ ਹੋਏਗਾ। ਤਾਂ ਉੱਥੇ ਜੇਕਰ ਗੱਲ ਕਰਦੇ ਹਾਂ ਪੁਆਇੰਟ ਨੰਬਰ 2, GST ਕਲੈਕਸ਼ਨ 27% ਵਧਣ ਦੀ ਉਮੀਦ ਹੈ। ਇਸ ਨਾਲ ਸਰਕਾਰ ਦੇ ਖਜ਼ਾਨੇ ਦੇ ਵਿੱਚ 4350 ਕਰੋੜ ਰੁਪਏ ਦਾ ਵਾਧਾ ਹੋਵੇਗਾ। ਸੋ GST ਕਲੈਕਸ਼ਨ ਵੀ ਇਹਦੇ ਨਾਲ ਵਧਣੀ ਹੈ। ਸੋ ਉੱਥੇ ਪੁਆਇੰਟ ਨੰਬਰ 3 ਤੇ ਆਉਂਦੇ ਆ। ਕਮਾਈ ਪਿਛਲੇ ਸਾਲ ਦੇ ਮੁਕਾਬਲੇ 17.8% ਫੀਸ ਦੀ ਜਿਹੜੀ ਵਧੇਗੀ ਔਰ 95.378 ਕਰੋੜ ਦਾ ਯੋਗਦਾਨ ਵਧੇਗਾ ਔਰ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਉਹ ਕਹਿੰਦੇ ਕਿ ਨਵਾਂ ਟੈਕਸ ਨਹੀਂ ਲਗਾਇਆ ਜਾਊਗਾ। ਜਿਸ ਤਰ੍ਹਾਂ ਪੰਜਾਬ ਸਰਕਾਰ ਫੈਸਲੇ ਲੈ ਰਹੀ ਆ ਤਾਂ ਉੱਥੇ ਜੇ ਗੱਲ ਕਰ ਲਈਏ ਤਾਂ ਇਸ ਦੇ ਨਾਲ ਫੀਸ ਦੀ ਕੁਝ ਵਧੇਗਾ, ਕੁਝ ਪਰਸੈਂਟੇਜ ਜਿਹੜਾ ਇਨਕਮ ਸੋਰਸ ਜਿਹੜਾ ਪੰਜਾਬ ਦਾ ਵਧਣ ਵਾਲਾ ਵੀ ਹੈ। ਤੇ ਉੱਥੇ ਪੰਜਾਬ ਦੀਆਂ ਸੜਕਾਂ, ਪੁਲਾਂ ਤੇ ਇਮਾਰਤਾਂ ਦੇ ਨਿਰਮਾਣ ਦੇ ਲਈ 2102 ਕਰੋੜ ਰੁਪਏ ਜਿਹੜੇ ਰੱਖੇ ਗਏ ਨੇ। 2102 ਕਰੋੜ ਰੁਪਏ ਜਿਹੜੇ ਹੋਣਗੇ, ਜਿੱਥੇ ਪੁਲ ਬਣਨਗੇ, ਸੜਕਾਂ ਬਣਨਗੀਆਂ ਤੇ ਇਮਾਰਤਾਂ ਜਿਹੜੀ ਉਹਨਾਂ ਦੀ ਉਸਾਰੀ ਕੀਤੀ ਜਾਵੇਗੀ। ਔਰ ਉੱਥੇ ਪੁਆਇੰਟ ਨੰਬਰ 5 ਤੇ ਆਉਂਦੇ ਆ। ਪਟਿਆਲਾ ਦੀਆਂ ਵੱਡੀਆਂ ਤੇ ਛੋਟੀਆਂ ਨਦੀਆਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ ਤੇ ਲੁਧਿਆਣਾ ਦੇ ਬੁੱਢੇ ਨਾਲੇ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ। ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪਟਿਆਲਾ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਨਾਲੀਆਂ ਨੇ, ਨਹਿਰਾਂ ਨੇ ਜਿਹੜੀਆਂ ਖਰਾਬ ਚੱਲ ਰਹੀਆਂ ਨੇ। ਤਾਂ ਲੁਧਿਆਣਾ ਜਿਹੜਾ ਸਮਾਰਟ ਸਿਟੀ ਆ ਉੱਥੇ ਵੀ ਇਸ ਤਰ੍ਹਾਂ ਚੱਲ ਰਿਹਾ। ਸੋ ਇਸੇ ਤੇ ਚੱਲਦੇ ਪੰਜਾਬ ਸਰਕਾਰ ਫੈਸਲਾ ਕੀਤਾ ਹੈ ਕਿ ਜਿਹੜੀਆਂ ਨਦੀਆਂ ਨੇ ਉਹਨਾਂ ਦਾ ਨਵੀਨੀਕਰਨ ਜਿਹੜਾ ਕੀਤਾ ਜਾਊਗਾ। ਔਰ ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਸਰਫੇਸ ਵਾਟਰ ਸਪਲਾਈ ਕੀਤਾ ਜਾਏਗਾ। ਔਰ ਟਰਾਂਸਪੋਰਟ ਦੀ ਜੇ ਗੱਲ ਕਰਦੇ ਹਾਂ, ਟਰਾਂਸਪੋਰਟ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਜਿਹੜਾ ਹੈ ਖਤਮ ਕੀਤਾ ਜਾਏਗਾ। ਸੂਬੇ ਦੇ ਵਿੱਚ ਇਲੈਕਟ੍ਰਿਕ ਅਤੇ CNG ਵਾਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪੰਜਾਬ ਦੇ ਵਿੱਚ 45 ਨਵੇਂ ਬੱਸ ਸਟੈਂਡ ਬਣਾਏ ਜਾਣਗੇ ਤੇ ਮੌਜੂਦਾ 61 ਬੱਸ ਸਟੈਂਡਾਂ ਦਾ ਨਵੀਨੀਕਰਨ ਕੀਤਾ ਜਾਏਗਾ। ਔਰ ਜੇਕਰ ਗੱਲ ਕਰਦੇ ਹਾਂ ਤਾਂ ਨਵੇਂ ਬੱਸ ਸਟੈਂਡ ਵੀ ਜਿਹੜੇ ਸਥਾਪਿਤ ਹੋਣਗੇ, ਕਿਉਂਕਿ ਇਸ ਤਰ੍ਹਾਂ ਦੇ ਕਈ ਏਰੀਆਸ ਨੇਗੇ ਜਿੱਥੇ ਬੱਸ ਸਟੈਂਡ ਨਹੀਂ ਹੈਗਾ ਔਰ ਬੱਸ ਲੈਣ ਦੇ ਲਈ ਸਾਨੂੰ ਦੂਰ ਤੱਕ ਜਾਣਾ ਪੈਂਦਾ, ਜਿਸ ਨਾਲ ਸਾਡਾ ਸਮਾਂ ਵੀ ਵੇਸਟੇਜ ਹੁੰਦਾ। ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹੁਣ ਬੱਸ ਸਟੈਂਡ ਵੀ ਬਣਾਏ ਜਾਣਗੇ ਔਰ ਜਿਹੜੇ ਖਰਾਬ ਨੇ ਬੱਸ ਸਟੈਂਡ ਉਹਨਾਂ ਨੂੰ ਠੀਕ ਕਰਵਾਇਆ ਜਾਏਗਾ। ਔਰ ਉੱਥੇ ਜੇ ਗੱਲ ਕਰ ਲਈ ਤਾਂ ਬਠਿੰਡਾ ਦੇ ਜਨਤਾ ਨਗਰ ਅਤੇ ਮੁਲਤਾਨੀਆ ਰੋਡ ਦੇ ਉੱਪਰ ਪੁਲ ਦੀ ਉਸਾਰੀ ਕਰਵਾਈ ਜਾਏਗੀ। ਮੋਹਾਲੀ ਦੇ ਵਿੱਚ ਗੱਲ ਕਰੀਏ ਤਾਂ 17.5 ਏਕੜ ਵਿੱਚ ਇੱਕ ਨਵੀਂ ਜੇਲ੍ਹ ਬਣਾਈ ਜਾਏਗੀ। ਇਸ ਲਈ 10 ਕਰੋੜ ਦਾ ਬਜਟ ਰੱਖਿਆ ਗਿਆ। ਯਾਨੀ ਕਿ ਮੋਹਾਲੀ ਦੇ ਵਿੱਚ ਤਾਂ ਇਹ ਵੀ ਗੱਲਾਂ ਸਾਹਮਣੇ ਕਿ ਹੁਣ ਕਾਫੀ ਜ਼ਿਆਦਾ ਇੰਡਸਟਰੀਜ਼ ਆਉਣਗੀਆਂ। CM ਸਾਹਿਬ ਆਪ ਮਿਲਦੇ ਰਹੇ ਨੇ ਜਾ ਕੇ ਲੋਕਾਂ ਦੇ ਨਾਲ। ਤਾਂ
ਜਿਹੜੀ ਨਵੀਂ ਬਜਟ ਦੀ ਜੇਕਰ ਗੱਲ ਕਰ ਲਈ ਤਾਂ ਇਹਦੇ ਵਿੱਚ ਲਿਖਿਆ ਗਿਆ ਕਿ ਜੇਲ੍ਹ ਬਣਾਈ ਜਾਏਗੀ ਔਰ ਉੱਥੇ ਇਹ ਵੀ ਗੱਲਾਂ ਨੇ ਕਿ ਇੰਡਸਟਰੀਆਂ ਆਉਣਗੀਆਂ ਤੇ ਰੋਜ਼ਗਾਰ ਦੇ ਮੌਕੇ ਵੀ ਨੌਜਵਾਨਾਂ ਦੇ ਲਈ ਜ਼ਿਆਦਾ ਵਧਣ ਵਾਲੇ ਨੇ। ਉੱਥੇ ਪੁਆਇੰਟ ਨੰਬਰ 10 ਦੀ ਗੱਲ ਕਰ ਲਈ ਤਾਂ ਪੰਜਾਬ ਪੁਲਿਸ ਦੇ ਲਈ ਅੰਤਰਰਾਸ਼ਟਰੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ, ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਸਿਖਲਾਈ ਦਿੱਤੀ ਜਾਵੇਗੀ। ਸੋ ਐਸਾ ਪਹਿਲੀ ਵਾਰ ਹੀ ਹੋਣ ਜਾ ਰਿਹਾ ਜਿੱਥੇ ਪੰਜਾਬ ਪੁਲਿਸ ਨੂੰ ਲੈ ਕੇ ਵੀ ਵੱਡਾ ਜਿਹੜਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਨੇ, ਉੱਥੇ ਅੰਤਰਰਾਸ਼ਟਰੀ ਜਿਹੜੀ ਹੈ ਟ੍ਰੇਨਿੰਗ ਦੇ ਲਈ ਉਹਨਾਂ ਨੂੰ ਭੇਜਿਆ ਜਾਵੇਗਾ। ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਪੰਜਾਬ ਪੁਲਿਸ ਆ ਉਹਨਾਂ ਨੂੰ ਬਾਹਰ ਭੇਜਿਆ ਜਾਏਗਾ ਟ੍ਰੇਨਿੰਗ ਲੈਣ ਦੇ ਲਈ। ਉੱਥੋਂ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ, ਕਿਸ ਤਰੀਕੇ ਦੇ ਨਾਲ ਉੱਥੇ ਚੱਲਦਾ ਤਾਂ ਉਹ ਸਾਰੀ ਟ੍ਰੇਨਿੰਗ ਜਿਹੜੀ ਹੈ ਪੰਜਾਬ ਪੁਲਿਸ ਨੂੰ ਸਿਖਲਾਈ ਦਿੱਤੀ ਜਾਵੇਗੀ। ਤਾਂ ਜਿਹੜਾ ਸਾਰਾ ਖਰਚਾ ਜਿਹੜਾ ਇਹਦਾ ਪੰਜਾਬ ਸਰਕਾਰ ਕਰੇਗੀ। ਔਰ ਉੱਥੇ ਜੇ ਗੱਲ ਕਰਦੇ ਹਾਂ ਪੁਲਿਸ ਦੇ ਆਧੁਨਿਕੀਕਰਨ ਦੇ ਲਈ 108 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਹਰ ਪੁਲਿਸ ਜ਼ਿਲ੍ਹੇ ਦੇ ਵਿੱਚ 30 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਈਬਰ ਕ੍ਰਾਈਮ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ। ਸੋ ਉੱਥੇ ਹੀ ਪੰਜਾਬ ਦੇ ਵਿੱਚ ਸ਼ਹਿਰ ਸਪਾਟੇ ਅਤੇ ਸਥਾਨਾਂ ਨੂੰ ਵਿਕਸਿਤ ਕਰਨ ਦੇ ਲਈ ਇਕੋ ਪੇਂਡੂ ਸੱਭਿਆਚਾਰਕ ਅਤੇ ਧਾਰਮਿਕ ਸ਼ਹਿਰ ਸਪਾਟੇ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਜੰਗਲਾਂ ਨੂੰ ਇਕੋ ਟੂਰਿਜ਼ਮ ਵਜੋਂ ਵਿਕਸਿਤ ਕੀਤਾ ਜਾਵੇਗਾ। ਸੋ ਜੰਗਲ ਮਹਿਕਮੇ ਨੂੰ ਲੈ ਕੇ ਜਾਂ ਘੁੰਮਣ ਫਿਰਨ ਦਾ ਸ਼ੌਂਕ ਆ ਜੇ ਕੋਈ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਹਨੂੰ ਲੈ ਕੇ ਜਿਹੜੀ ਪ੍ਰੋਪਰ ਪੰਜਾਬ ਦੇ ਵਿੱਚ ਥਾਵਾਂ ਬਣਾਈਆਂ ਜਾਣਗੀਆਂ ਜਿਸ ਤਰ੍ਹਾਂ ਲੋਕ ਇੱਥੇ ਘੁੰਮਣ ਫਿਰ ਨਾ ਸਕਣ। ਤਾਂ ਉੱਥੇ ਜੇ ਗੱਲ ਕਰਦੇ ਹਾਂ ਤਾਂ ਸਾਬਕਾ ਸੈਨਿਕਾਂ ਦੀ ਭਲਾਈ ਅਤੇ ਸਹਾਇਤਾ ਦੇ ਲਈ ਮੋਹਾਲੀ ਦੇ ਵਿੱਚ ਇੱਕ ਬਿਰਧ ਆਸ਼ਰਮ ਵੀ ਬਣਾਇਆ ਜਾਏਗਾ। ਸੋ ਇੱਕ ਬਿਰਧ ਆਸ਼ਰਮ ਵੀ ਮੋਹਾਲੀ ਦੇ ਵਿੱਚ ਵਿਕਸਿਤ ਕੀਤਾ ਜਾਏਗਾ। ਤਾਂ ਅੱਗੇ ਗੱਲ ਕਰਦੇ ਹਾਂ ਪੁਆਇੰਟ ਨੰਬਰ 13 ਦੀ। ਗਰੀਬ ਲੋਕਾਂ ਦੇ ਲਈ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਹੋਏਗੀ। ਇਸ ਲਈ 497 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਸੋ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਜਿਹੜੀ ਕਣਕ ਹੈ ਤੁਸੀਂ ਡਿਪੂਆਂ ਤੋਂ ਲੈਣ ਜਾਂਦੇ ਹੋ, ਕੋਈ ਬਜ਼ੁਰਗ ਹੁੰਦੇ ਨੇ ਜਾਣਾ ਔਖਾ ਹੋ ਜਾਂਦਾ ਹੈ ਤੇ ਉੱਥੇ ਹੁਣ ਇਹ ਫੈਸਲਾ ਹੈ ਕਿ ਜਿਹੜਾ ਰਾਸ਼ਨ ਆ ਜੋ ਵੀ ਆਟਾ ਹੈ ਉਹ ਤੁਹਾਡੇ ਘਰੇ ਹੀ ਆ ਜਾਏਗਾ। ਤਾਂ ਇਹ ਫੈਸਲਾ ਜਿਹੜਾ ਹੁਣ ਲਾਗੂ ਕੀਤਾ ਗਿਆ ਕਿ ਜਿਹੜਾ ਆਟਾ ਹੈ ਤੁਹਾਡੇ ਪਹਿਲਾਂ ਤਾਂ ਕਣਕ ਅਸੀਂ ਲੈਂਦੇ ਸੀ, ਹੁਣ ਪੀਸਿਆ ਪਸਾਇਆ ਆਟਾ ਹੀ ਤੁਹਾਡੇ ਘਰੇ ਆਊਗਾ। ਤੇ ਉੱਥੇ ਜੇ ਗੱਲ ਕਰਦੇ ਹਾਂ ਪੁਆਇੰਟ ਨੰਬਰ 14 ਦੀ, ਪੰਜਾਬ ਸਿੱਖਿਆ ਅਤੇ ਸਿਹਤ ਫੰਡ ਦੇ ਨਾਂ ਤੇ ਟਰਸਟ ਬਣਾਇਆ ਗਿਆ। ਇਸ ਲਈ ਸਰਕਾਰ ਆਪਣਾ ਹਿੱਸਾ ਦੇਵੇਗੀ। ਪ੍ਰਵਾਸੀ ਭਾਰਤੀ ਇਸ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਨੇ। ਸਰਕਾਰ ਉਹਨਾਂ ਨੂੰ ਹਰ ਪੈਸੇ ਦਾ ਹਿਸਾਬ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਹਰ ਜ਼ਿਲ੍ਹੇ ਦੇ ਵਿੱਚ ਬਣਾਏ ਜਾਣਗੇ। ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਦਫ਼ਤਰ ਨੇ ਸੀਐਮ ਦੇ ਹੋਣਗੇ ਤੇ ਪੰਜਾਬ ਦੇ ਵਿੱਚ ਉਦਯੋਗਿਕ ਵਿਕਾਸ ਦੇ ਲਈ 3163 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਪਿਛਲੀ ਸਰਕਾਰ ਨਾਲੋਂ ਯਾਨੀ ਕਹਿ ਸਕਦੇ ਹਾਂ 48% ਵੱਧ ਹੈ। ਤੇ ਉੱਥੇ ਜੇ ਗੱਲ ਕਰਦੇ ਹਾਂ ਰਾਜ ਵਿੱਚ ਵਪਾਰਕ ਕਮਿਸ਼ਨ ਦੀ ਸਥਾਪਨਾ ਕੀਤੀ ਜਾਏਗੀ ਜਿਸ ਦੇ ਮੈਂਬਰ ਵਪਾਰੀ ਹੀ ਹੋਣਗੇ। ਸੋ ਵਪਾਰੀਆਂ ਦੇ ਲਈ ਵੀ ਵੱਡੀ ਇਹ ਖਬਰ ਹੈ। ਔਰ ਮੋਹਾਲੀ ਦੇ ਨੇੜੇ ਫਿਨਟੈਕ ਸਿਟੀ ਬਣਾਈ ਜਾਏਗੀ ਜਿਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕੀਤਾ ਜਾਏਗਾ। ਇਸ ਦੇ ਨਾਲ ਹੀ ਮੋਹਾਲੀ ਦੇ ਵਿੱਚ 490 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਸੋ ਮੋਹਾਲੀ ਨੂੰ ਲੈ ਕੇ ਜਿਸ ਤਰ੍ਹਾਂ ਪਹਿਲਾਂ ਵੀ ਜੇਲ੍ਹ ਬਣਾਈ ਜਾਊਗੀ, ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ, ਕਾਫੀ ਕੁਝ ਜਿਹੜਾ ਹੈ ਬਣਨਾ ਹੈ ਮੋਹਾਲੀ ਦੇ ਵਿੱਚ ਵੀ। ਔਰ ਵੈਟ ਰਿਫੰਡ ਦੇ ਮੁੱਦੇ 6 ਮਹੀਨਿਆਂ ਦੇ ਵਿੱਚ ਹੱਲ ਕੀਤੇ ਜਾਣਗੇ। ਉਦਯੋਗਿਕ ਬਿਜਲੀ ਨੂੰ ਛੋਟ ਜਾਰੀ ਰਹੇਗੀ। ਉਦਯੋਗਾਂ ਦੇ ਵਿਕਾਸ ਦੇ ਲਈ ਨਵੀਂ ਨੀਤੀ ਆਵੇਗੀ। ਸੋ ਕਿਸਾਨਾਂ ਨੂੰ ਲੈ ਕੇ ਵੱਡੀ ਖਬਰ ਹੈ। ਕਿਸਾਨਾਂ ਨੂੰ ਮੁਫਤ ਬਿਜਲੀ ਸਬਸਿਡੀ ਜਾਰੀ ਰਹੇਗੀ। ਇਸ ਦੇ ਵਿੱਚ ਇਹਦਾ ਮੇਨ ਮੰਤਵ ਹੋਏਗਾ 6947 ਕਰੋੜ ਰੁਪਏ ਦਾ ਬਜਟ ਜਿਹੜਾ ਰੱਖਿਆ ਗਿਆ ਇਸ ਨੂੰ ਲੈ ਕੇ, ਜਿਹੜੀ ਮੁਫਤ ਬਿਜਲੀ ਸਬਸਿਡੀ ਹੋਣੀ ਹੈ ਉਹਦਾ ਬਜਟ ਤੁਹਾਨੂੰ ਦੱਸ ਰਹੇ ਹਾਂ। ਔਰ ਖੇਤੀ ਸੈਕਟਰ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਫੈਸਲੇ ਲਏ ਗਏ ਨੇ। 2022 ਤੋਂ ਲੈ ਕੇ 23 ਦੇ ਲਈ ਜਿਹੜਾ ਬਜਟ ਰੱਖਿਆ ਗਿਆ, ਜਿਹੜੇ ਪੈਸੇ ਰੱਖੇ ਗਏ ਨੇ 11560 ਕਰੋੜ ਰੁਪਏ ਦਾ ਜਿਹੜਾ ਬਜਟ ਇੱਥੇ ਰੱਖਿਆ ਗਿਆ ਖੇਤੀ ਸੈਕਟਰ ਦੇ ਲਈ। ਸੋ ਉੱਥੇ ਜੇ ਸਿਹਤ ਨੂੰ ਲੈ ਕੇ ਗੱਲ ਕਰ ਲਈ ਤਾਂ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਜ਼ਿਆਦਾ ਚਿੰਤਿਤ ਹੈ। ਔਰ ਉਹਨਾਂ ਦੇ ਵੱਲੋਂ ਇਹ ਗੱਲ ਵੀ ਹਰ ਵਾਰ ਕਹੀ ਜਾਂਦੀ ਹੈ ਕਿ ਸਿਹਤ ਨੂੰ ਲੈ ਕੇ ਅਸੀਂ ਕੁਝ ਕਰਨਾ ਸਿੱਖਿਆ ਹੈ। ਸਿਹਤ ਨੂੰ ਲੈ ਕੇ ਤੇ ਉੱਥੇ 4731 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜੋ ਕਿ ਪਿਛਲੇ ਸਾਲ ਨਾਲੋਂ 24% ਵੱਧ ਹੈ। ਤੇ ਉੱਥੇ ਕਿਸਾਨਾਂ ਨੂੰ ਲੈ ਕੇ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਉਤਸ਼ਾਹਿਤ ਕਰਨ ਦੇ ਲਈ 450 ਕਰੋੜ ਰੁਪਏ ਜਿਹੜੇ ਰੱਖੇ ਗਏ ਨੇ। ਇਸ ਸਾਲ 117 ਮੁਹੱਲਾ ਕਲੀਨਿਕ ਵੀ ਖੋਲੇ ਜਾਣਗੇ। ਇਸ ਲਈ 77 ਕਰੋੜ ਰੁਪਏ ਦਾ ਪ੍ਰਬੰਧ ਜਿਹੜਾ ਕੀਤਾ ਗਿਆ। ਔਰ 75 ਮੁਹੱਲਾ ਕਲੀਨਿਕ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਯਾਨੀ ਕਿ 15 ਅਗਸਤ ਤੋਂ ਜਿਹੜੇ ਨੇ ਮੁਹੱਲਾ ਕਲੀਨਿਕ ਵੀ ਜਿਹੜੇ ਖੁੱਲਣ ਵਾਲੇ ਨੇ। ਤੇ ਹੁਣ ਇੱਕ ਖਾਸ ਡਿਟੇਲ, ਜਿਸ ਤਰ੍ਹਾਂ ਆਪਾਂ ਸੜਕ ਤੇ ਜਾਂਦੇ ਆ, ਹਾਦਸਾ ਹੋ ਜਾਂਦਾ ਹੈ, ਕਈ ਲੋਕ ਇਸ ਤਰ੍ਹਾਂ ਦੇ ਨੇ ਪੈਸੇ ਨਹੀਂ ਭਰ ਪਾਉਂਦੇ, ਮਤਲਬ ਕਮਾਈ ਨਹੀਂ ਇੰਨੀ ਹੁੰਦੀ, ਤਾਂ ਉਹਦਾ ਸਾਰਾ ਜਿਹੜਾ ਪੰਜਾਬ ਸਰਕਾਰ ਖਰਚਾ ਚੁੱਕੇਗੀ। ਸਮਝਣ ਦੀ ਕੋਸ਼ਿਸ਼ ਕਰਦੇ ਆ। ਸੜਕ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਵਾਲੀ ਦਿੱਲੀ ਸਰਕਾਰ ਦੀ ਦੂਤ ਯੋਜਨਾ ਪੰਜਾਬ ਦੇ ਵਿੱਚ ਵੀ ਹੁਣ ਲਾਗੂ ਕੀਤੀ ਜਾਏਗੀ। ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਦਾ ਖਰਚਾ ਸਾਰਾ ਸਰਕਾਰ ਚੁੱਕੇਗੀ। ਜੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਗੇ ਸਰਕਾਰ ਉਹਨਾਂ ਦਾ ਸਨਮਾਨ ਵੀ ਕਰੇਗੀ। ਸੋ ਸਟੇਟ ਮੈਨੇਜਮੈਂਟ ਯੂਨਿਟ ਦਾ ਗਠਨ ਕੀਤਾ ਜਾਵੇਗਾ ਜੋ ਸਿਹਤ ਪ੍ਰਣਾਲੀ ਦੀ ਦੇਖਰੇਖ ਕਰਨਗੇ ਤੇ ਕਮੀਆਂ ਨੂੰ ਦੂਰ ਕਰਨਗੇ।
शुरुआत ਦੇ ਵਿੱਚ ਇਸ ਦੀ ਸਰਕਾਰ ਵੱਲੋਂ ਚਲਾਇਆ ਜਾਏਗਾ ਇਸ ਨੂੰ, ਔਰ ਇਸ ਤੋਂ ਬਾਅਦ ਇਸ ਨੂੰ ਇੱਕ ਪੇਸ਼ੇਵਰ ਪ੍ਰਬੰਧਿਤ ਏਜੰਸੀ ਨੂੰ ਸੌਂਪ ਦਿੱਤਾ ਜਾਏਗਾ। यानी कि ਪਹਿਲਾਂ ਸਰਕਾਰ ਚਲਾਏਗੀ, ਉਸ ਤੋਂ ਬਾਅਦ ਜਿਹੜੀ ਇਸ ਦੇ ਨਾਲ ਸੰਬੰਧਿਤ ਏਜੰਸੀ ਹੈ ਜੋ ਕੰਮ ਕਰਦੀ ਹੈ ਉਹ ਹੈਂਡਲ ਕਰੇਗੀ, ਉਧਰ ਹੈਂਡਓਵਰ ਕਰ ਦਿੱਤਾ ਜਾਏਗਾ। ਔਰ ਉੱਥੇ 2 ਸਾਲਾਂ ਦੇ ਵਿੱਚ ਪਟਿਆਲਾ ਅਤੇ ਫਰੀਦਕੋਟ ਵਿਖੇ 2 ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕੀਤੇ ਜਾਣਗੇ। 2027 ਤੱਕ ਅਜਿਹੇ 3 ਹੋਰ ਹਸਪਤਾਲ ਬਣਾਏ ਜਾਣਗੇ। ਸੋ ਹਸਪਤਾਲ ਬਣਾਏ ਜਾਣਗੇ ਪਟਿਆਲਾ ਤੇ ਫਰੀਦਕੋਟ ਦੇ ਵਿੱਚ, ਪੰਜਾਬ ਸਰਕਾਰ ਦੇ ਵੱਲੋਂ ਇਸ ਬਜਟ ਦੇ ਵਿੱਚ ਕਿਹਾ ਗਿਆ। ਔਰ ਪੰਜਾਬ ਦੇ ਉੱਪਰ ਦੇ ਖਿਡਾਰੀਆਂ ਦੇ ਲਈ 25 ਕਰੋੜ ਰੁਪਏ ਜਿਹੜੇ ਰੱਖੇ ਗਏ ਨੇ ਪੰਜਾਬ ਦੇ ਵਿੱਚ ਸਟੇਡੀਅਮ ਨੂੰ ਅਪਗ੍ਰੇਡ ਕਰਨ ਅਤੇ ਸੰਗਰੂਰ ਦੇ ਵਿੱਚ ਲੌਂਗੋਵਾਲ ਵਿਖੇ ਸਟੇਡੀਅਮ ਬਣਾਉਣ ਦਾ ਪ੍ਰਸਤਾਵ ਸੀ। ਸੋ ਜੇਕਰ ਗੱਲ ਕਰ ਲਈ ਤਾਂ ਹੁਣ ਸੰਗਰੂਰ ਦੇ ਲੌਂਗੋਵਾਲ ਦੇ ਵਿੱਚ ਹੁਣ ਸਟੇਡੀਅਮ ਬਣੇਗਾ। ਖੇਡਾਂ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਉਤਸ਼ਾਹਿਤ ਕਰ ਰਹੀ ਹੈ ਅੱਜ ਦੇ ਨੌਜਵਾਨਾਂ ਨੂੰ, ਸੋ ਉਹਨਾਂ ਦੇ ਲਈ ਇਹ ਅਹਿਮ ਫੈਸਲਾ ਲਿਆ ਗਿਆ। ਔਰ ਉਹਦੀ ਜੇ ਗੱਲ ਕਰ ਲਈ ਅਗਲੇ 5 ਸਾਲਾਂ ਦੇ ਵਿੱਚ ਸੂਬੇ ਨੂੰ ਮੈਡੀਕਲ ਸਿੱਖਿਆ ਲਈ ਕਵਰ ਕਰਨ ਲਈ 16 ਨਵੇਂ ਮੈਡੀਕਲ ਕਾਲਜ ਜਿਹੜੇ ਨੇ ਸਥਾਪਿਤ ਕਰਨ ਦਾ ਪ੍ਰਸਤਾਵ ਹੈ, ਜਿਸ ਤੋਂ ਬਾਅਦ ਸੂਬੇ ਦੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 25 ਹੋ ਜਾਵੇਗੀ। ਇਸ ਸਾਲ ਮੈਡੀਕਲ ਸਿੱਖਿਆ ਦੇ ਲਈ 1033 ਕਰੋੜ ਰੁਪਏ ਰੱਖੇ ਗਏ ਨੇ ਔਰ ਇਹ ਪਿਛਲੇ ਸਾਲ ਨਾਲੋਂ 57% ਵੱਧ ਹੈ। ਸਰਕਾਰੀ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਦੇ ਲਈ MBBS ਦੀਆਂ ਸੀਟਾਂ ਵਧਾਉਣ ਤੇ ਵਿਚਾਰ ਕੀਤਾ ਜਾਵੇਗਾ। ਸੰਗਰੂਰ ਦੇ ਵਿੱਚ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਕਾਲਜ ਬਣਾਇਆ ਜਾਏਗਾ, ਜਿਸ ਦੇ ਵਿੱਚ MBBS ਦੀਆਂ 100 ਸੀਟਾਂ ਹੋਣਗੀਆਂ। ਇਸ ਦੇ ਲਈ 50 ਕਰੋੜ ਰੁਪਏ ਜਿਹੜੇ ਨੇ ਰੱਖੇ ਜਾਣਗੇ। ਸੋ ਉੱਥੇ ਜੇ ਗੱਲ ਕਰ ਲਈ ਤਾਂ ਹੁਣੇ ਸੰਗਰੂਰ ਦੀਆਂ ਜਿਮਨੀ ਚੋਣਾਂ ਜਿਹੜੀਆਂ ਹੋ ਕੇ ਹਟੀਆਂ ਨੇ। ਸੋ ਜੇਕਰ ਗੱਲ ਕਰ ਲਈਏ ਤਾਂ ਇਹਦਾ ਫੈਸਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਸੰਗਰੂਰ ਦੇ ਵਿੱਚ ਵੀ ਜਿਹੜੇ ਕੰਮ ਕਰਾਏ ਜਾਣ। ਹਾਲਾਂਕਿ ਪੰਜਾਬ ਸਰਕਾਰ ਜਿਹੜੀ ਹੈ ਸੰਗਰੂਰ ਦੇ ਵਿੱਚ ਨਹੀਂ ਜਿੱਤ ਪਾਈ, ਆਮ ਆਦਮੀ ਪਾਰਟੀ ਨਹੀਂ ਜਿੱਤ ਪਾਈ, ਪਰ ਫਿਰ ਵੀ ਜਿਹੜਾ ਬਜਟ ਦੇ ਵਿੱਚ ਫੈਸਲੇ ਜ਼ਰੂਰ ਲਏ ਗਏ ਨੇ ਕਿ ਸੰਗਰੂਰ ਦੇ ਵਿੱਚ ਸਟੇਡੀਅਮ ਬਣਾਤਾ ਜੀ, ਲੌਂਗੋਵਾਲ ਦੇ ਵਿੱਚ ਤਾਂ ਉੱਥੇ ਇੰਸਟੀਚਿਊਟ ਜਿਹੜੇ ਨੇ ਕਾਲਜਸ ਯੂਨੀਵਰਸਿਟੀਆਂ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਚੱਲ ਰਹੀ ਹੈ। ਰਾਜ ਦੇ ਵਿੱਚ NCC ਕੇਂਦਰਾਂ ਅਤੇ ਸਿਖਲਾਈ ਕੇਂਦਰਾਂ ਦੇ ਵਿੱਚ 5 ਕਰੋੜ ਰੁਪਏ ਰੱਖੇ ਗਏ ਸਨ। ਉੱਚ ਸਿੱਖਿਆ ਦੇ ਲਈ ਸਾਰੇ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਨਵੇਂ ਕਾਲਜਾਂ ਦੇ ਲਈ 95 ਕਰੋੜ ਰੁਪਏ ਜਿਹੜੇ ਨੇ ਰੱਖੇ ਗਏ ਨੇ। ਔਰ ਪੁਆਇੰਟ ਨੰਬਰ 33 ਦੀ ਗੱਲ ਕਰਦੇ ਹਾਂ ਤਾਂ ਹੁਨਰ ਵਿਕਾਸ ਕੇਂਦਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ 641 ਕਰੋੜ ਰੁਪਏ ਰੱਖੇ ਗਏ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਦੇ ਵਿੱਚੋਂ ਕੱਢਣ ਦੇ ਲਈ 200 ਕਰੋੜ ਦਾ ਬਜਟ ਰੱਖਿਆ ਗਿਆ। ਫਿਰੋਜ਼ਪੁਰ ਅਤੇ ਮਲੋਟ ਯੂਨੀਵਰਸਿਟੀ ਨੂੰ ਇਹ ਗ੍ਰਾਂਟ ਦੁੱਗਣੀ ਦਿੱਤੀ ਜਾਵੇਗੀ। ਸੋ ਜੋ ਗੱਲ ਕਰ ਲਈ ਤਾਂ ਪੰਜਾਬੀ ਯੂਨੀਵਰਸਿਟੀ ਕਾਫੀ ਘਾਟੇ ਦੇ ਵਿੱਚ ਹੈ, ਕਰਜ਼ੇ ਦੇ ਵਿੱਚ ਹੈ। ਭਗਵੰਤ ਮਾਨ ਖੁਦ ਵੀ ਉੱਥੇ ਦੌਰਾ ਕਰਕੇ ਆਏ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਲਦੀ ਪੰਜਾਬੀ ਯੂਨੀਵਰਸਿਟੀ ਕਰਜ਼ਾ ਮੁਕਤ ਹੋਏਗੀ। ਤਾਂ ਇਸ ਦੇ ਚੱਲਦੇ ਹੀ ਬਜਟ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲੈ ਕੇ ਫੈਸਲਾ ਕੀਤਾ ਗਿਆ। ਉੱਥੇ ਇੱਕ ਹੋਰ ਫੈਸਲਾ ਜਿਹੜਾ ਵੱਡਾ ਸਾਹਮਣੇ ਆਇਆ, ਜਿੱਥੇ ਜਨਰਲ ਕੈਟਾਗਰੀ ਦੇ ਬੱਚਿਆਂ ਦੇ ਲਈ ਵੀ ਨਵਾਂ ਫੈਸਲਾ ਲਿਆ ਗਿਆ ਇਸ ਬਜਟ ਦੇ ਵਿੱਚ ਕਿ ਜਨਰਲ ਕੈਟਾਗਰੀ ਦੇ ਬੱਚਿਆਂ ਦੇ ਲਈ CM ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ 30 ਕਰੋੜ ਰੁਪਏ ਰੱਖੇ ਗਏ ਨੇ। ਇਹ ਰਕਮ ਪ੍ਰਾਪਤ ਅੰਕਾਂ ਦੇ ਆਧਾਰ ਤੇ ਕੀਤੀ ਜਾਵੇਗੀ। ਮਿਡ ਡੇ ਮੀਲ ਸਕੀਮ ਦੇ ਵਿੱਚ 473 ਕਰੋੜ ਰੁਪਏ ਦਿੱਤੇ ਗਏ ਨੇ, ਜੋ ਕਿ ਪਿਛਲੇ ਸਾਲ ਨਾਲੋਂ 35% ਵੱਧ ਹੈ। ਤੇ ਉੱਥੇ ਸਿੱਖਿਆ ਅਭਿਆਨ ਦੇ ਲਈ 1232 ਕਰੋੜ ਦੇ ਮੁਕਾਬਲੇ 1351 ਕਰੋੜ ਰੁਪਏ ਰੱਖੇ ਗਏ ਨੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ 60 ਕਰੋੜ ਰੁਪਏ ਰੱਖੇ ਗਏ ਨੇ। ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਲਈ 79 ਕਰੋੜ ਰੁਪਏ ਰੱਖੇ ਗਏ ਨੇ। ਸਿੱਖਿਆ ਦੇ ਲਈ 2022-23 ਦੇ ਵਿੱਚ ਉੱਚ ਸਿੱਖਿਆ ਸਕੂਲ ਸਿੱਖਿਆ ਦੇ ਲਈ ਪਿਛਲੇ ਸਾਲ ਦੇ ਮੁਕਾਬਲੇ ਜੇ ਗੱਲ ਕਰ ਲਈ ਤਾਂ 16% ਜਿਹੜਾ ਵੱਧ ਬਜਟ ਇਸ ਵਾਰ ਰੱਖਿਆ ਗਿਆ। ਸੋਥੀ ਤਕਨੀਕੀ ਸਿੱਖਿਆ ਦੇ ਵਿੱਚ 45% ਦਾ ਵਾਧਾ ਹੋਇਆ। ਮੈਡੀਕਲ ਸਿੱਖਿਆ ਦੇ ਵਿੱਚ 57% ਦਾ ਵਾਧਾ ਕੀਤਾ ਗਿਆ। ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੇ ਲਈ ਸਟੇਟ ਮੈਨੇਜਰ ਦੀ ਤਾਇਨਾਤੀ ਕੀਤੀ ਜਾਵੇਗੀ। ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਹੀ ਪੜ੍ਹਾਈ ਕਰਨਗੇ। ਇਸ ਦੇ ਲਈ 123 ਕਰੋੜ ਰੁਪਏ ਦੀ ਜਿਹੜੀ ਹੈ ਰਾਸ਼ੀ ਰੱਖੀ ਗਈ ਹੈ। ਅਧਿਆਪਕਾਂ, ਸਕੂਲ ਮੁਖੀਆਂ, ਵਿਦਿਅਕ ਪ੍ਰਸ਼ਾਸਕਾਂ ਅਤੇ ਸਿਖਲਾਈ ਪ੍ਰੋਗਰਾਮਾਂ ਤੇ ਸਮਰੱਥਾ ਨਿਰਮਾਣ ਦੇ ਲਈ ਦੇਸ਼ ਅਤੇ ਵਿਦੇਸ਼ ਵਿੱਚ ਛੋਟੀ ਅਤੇ ਦਰਮਿਆਨੀ ਮਿਆਦ ਦੇ ਕੋਰਸ ਜਿਹੜੇ ਕਰਵਾਏ ਜਾਣਗੇ। ਇਸ ਦੇ ਲਈ 30 ਕਰੋੜ ਰੁਪਏ ਜਿਹੜੇ ਨੇ ਰੱਖੇ ਗਏ ਨੇ। ਸੋ ਇਹ ਫੈਸਲੇ ਜਿਹੜੇ ਨੇ ਪੰਜਾਬ ਸਰਕਾਰ ਦੇ ਵੱਲੋਂ ਲਏ ਗਏ ਨੇ। ਸੋ ਬਜਟ ਪੇਸ਼ ਕੀਤਾ ਗਿਆ ਅੱਜ। ਜੇਕਰ ਗੱਲ ਕਰ ਲਈਏ ਤਾਂ ਅੱਗੇ ਮੁਲਤਵੀ ਵੀ ਇਸ ਨੂੰ ਕਰ ਦਿੱਤਾ ਗਿਆ, ਯਾਨੀ ਕਿ ਮੰਗਲਵਾਰ ਤੱਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਔਰ ਖਾਸ ਗੱਲ ਹੈ ਕਿ ਇਸ ਵਾਰ ਕੁੱਲ 1,55,860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਪੰਜਾਬ ਦੇ ਬਜਟ ਦੇ ਵਿੱਚ 14.20% ਦਾ ਵਾਅਦਾ ਕੀਤਾ ਗਿਆ ਔਰ ਮੁਹੱਲਾ ਕਲੀਨਿਕ ਖੋਲੇ ਜਾਣਗੇ। ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀ ਹੋਰ ਖਾਸ ਜਿਹੜੀਆਂ ਗੱਲਾਂ ਨੇਗੀਆਂ ਇਹ ਬਜਟ ਨੂੰ ਪੇਸ਼ ਕਰਨ ਪਿੱਛੇ ਪੰਜਾਬ ਸਰਕਾਰ ਦਾ ਕੀ ਏਜੰਡਾ ਸੀਗਾ, ਇਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਨੂੰ ਵਿੱਤੀ ਸੰਕਟ ਚੋਂ ਬਾਹਰ ਕਰਨਾ। ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਪੰਜਾਬ ਦਾ
ਪੈਸਾ ਖਾਦਾ ਹੈ ਔਰ ਕਰਜ਼ੇ ਦੇ ਵਿੱਚ ਪੰਜਾਬ ਨੂੰ ਡੋਬ ਦਿੱਤਾ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ। ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਵਿੱਤੀ ਸੰਕਟ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਹੈ ਔਰ ਜਨਤਾ ਦੇ ਵੱਲੋਂ ਤਿਆਰ ਕੀਤਾ ਗਿਆ ਇਹ ਜਨਤਾ ਦਾ ਹੀ ਬਜਟ ਹੈ। ਰਾਏ ਮੰਗੀ ਗਈ ਸੀ ਲੋਕਾਂ ਦੀ। ਉਹਨਾਂ ਨੇ ਕਿਹਾ ਸੀਗਾ ਕਿ ਲੋਕ ਜਿਸ ਹਿਸਾਬ ਨਾਲ ਕਹਿਣਗੇ ਉਸ ਹਿਸਾਬ ਦੇ ਨਾਲ ਬਜਟ ਪੇਸ਼ ਕੀਤਾ ਜਾਏਗਾ। ਬਜਟ ਦੇ ਲਈ ਕੁੱਲ 20,384 ਸੁਝਾਅ ਪ੍ਰਾਪਤ ਹੋਏ ਨੇ। 72.7% ਸੁਝਾਅ ਜਿਹੜੇ ਨੇ ਮੇਲਸ ਦੇ ਵੱਲੋਂ ਦਿੱਤੇ ਗਏ ਨੇ। ਤੇ ਉੱਥੇ ਜੇ ਗੱਲ ਕਰ ਲਈਏ ਤਾਂ ਔਰਤਾਂ 27.3% ਦੇ ਜਿਹੜੇ ਸੁਝਾਅ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ। ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਔਰਤਾਂ ਨੇ ਸੁਝਾਅ ਦਿੱਤੇ ਨੇ। ਪੇਪਰਲੈਸ ਬਜਟ ਹੋਇਆ। 21 ਲੱਖ ਰੁਪਏ ਦੀ ਜਿਹੜੀ ਸਾਲਾਨਾ ਜਿਹੜੀ ਬਚਤ ਹੋਈ ਹੈ। ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਜਿਹੜਾ ਕੀਤਾ ਗਿਆ ਬਜਟ ਦੇ ਚੱਲਦਿਆਂ ਹੋਇਆਂ। ਸਕੂਲਾਂ ਦੀ ਜੇਕਰ ਗੱਲ ਕਰ ਲਈਏ ਤਾਂ 500 ਸਕੂਲਾਂ ਦੇ ਵਿੱਚ ਨਵੇਂ ਡਿਜੀਟਲ ਕਲਾਸਰੂਮ ਬਣਾਏ ਜਾਣਗੇ। ਤਕਨੀਕੀ ਸਿੱਖਿਆ ਬਜਟ ਦੇ ਲਈ 47.84% ਵਾਧਾ ਕੀਤਾ ਗਿਆ। ਸਕੂਲਾਂ ਦੀ ਸਾਂਭ ਸੰਭਾਲ ਦੇ ਲਈ 123 ਕਰੋੜ ਰੁਪਇਆ। ਸਕੂਲਾਂ ਦੀ ਅਧਿਆਪਕ ਨੇ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਦੀ ਟ੍ਰੇਨਿੰਗ ਦੇ ਲਈ 30 ਕਰੋੜ ਰੁਪਇਆ। ਮੈਡੀਕਲ ਸਿੱਖਿਆ ਦੇ ਲਈ 50.60% ਦਾ ਵਾਧਾ ਕੀਤਾ ਗਿਆ ਹੈ। ਸਕੂਲ ਆਫ ਐਮੀਨੈਂਸ ਦੇ ਲਈ 200 ਕਰੋੜ ਰਾਖਵੇਂ ਜਿਹੜੇ ਡਿਜੀਟਲ ਕਲਾਸਰੂਮਾਂ ਦੇ ਲਈ 400 ਕਰੋੜ ਦਾ ਜਿਹੜਾ ਬਜਟ ਕੀਤਾ ਗਿਆ। ਸੋ ਤਾਂ ਇਸ ਤਰ੍ਹਾਂ ਜਿਹੜੇ ਨੇ ਫੈਸਲੇ ਲਏ ਗਏ ਨੇ। ਤਾਂ ਉੱਥੇ ਜੇ ਗੱਲ ਕਰ ਲਈਏ ਤਾਂ 1 ਲੱਖ OBC ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਲਈ 67 ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੀ ਵਰਤੀ ਦੇ ਲਈ 23 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਪ੍ਰੀ ਪ੍ਰਾਇਮਰੀ ਅਤੇ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀ ਵੀ ਮਿਲੇਗੀ। ਸੋ ਇਹ ਟੋਟਲੀ ਪੰਜਾਬ ਦਾ ਜਿਹੜਾ ਬਜਟ ਪੇਸ਼ ਹੋਇਆ। ਸੋ ਲਗਾਤਾਰ ਜੇਕਰ ਗੱਲ ਕਰ ਲਈਏ ਤਾਂ ਇਸ ਬਜਟ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਔਰਤਾਂ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ, ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਔਰਤਾਂ ਨੂੰ 1000 ਰੁਪਇਆ ਜਿਹੜਾ ਹੈਗਾ ਉਹ ਦਿੱਤਾ ਜਾਏਗਾ ਪਰ ਮਹੀਨੇ। ਪਰ ਇਸ ਬਜਟ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਗਈ। ਤਾਂ ਉਸ ਤੋਂ ਬਾਅਦ ਸੁਖਪਾਲ ਖਹਿਰਾ ਦਾ ਬਿਆਨ ਸਾਹਮਣੇ ਆਉਂਦਾ। ਸੁਖਪਾਲ ਖਹਿਰਾ ਕੀ ਕਹਿੰਦੇ ਨੇ, ਆਓ ਇਹ ਜ਼ਰੂਰ ਸੁਣਾਉਂਦੇ ਆ। ਇਹਦੇ 'ਚ ਕੋਈ ਭਾਰੀ ਬਦਲਾਅ ਦੀ ਗੱਲ ਨਹੀਂ ਹੈ। ਬਜਟ ਤੁਹਾਨੂੰ ਪਤਾ ਵਾ ਕਿ ਇਨਫਲੇਸ਼ਨ ਨੂੰ ਮੁੱਖ ਰੱਖਦਿਆਂ, ਮਹਿੰਗਾਈ ਦਰ ਨੂੰ ਮੁੱਖ ਰੱਖਦਿਆਂ ਹਰ ਸਾਲ ਬਜਟ ਦੀ ਐਲੋਕੇਸ਼ਨ ਵੱਧਦੀ ਹੈ। ਇਸ ਵਾਰ ਬਜਟ ਜਿਹੜਾ ਵਾ ਉਹ ਤਕਰੀਬਨ 1,55,000 ਕਰੋੜ ਰੁਪਏ ਦਾ ਬਜਟ ਪੇਸ਼ ਕਰਨ ਜਾ ਰਹੀ ਸਰਕਾਰ। ਇਹਦੇ 'ਚ ਸਾਰੇ ਸੈਕਟਰਸ ਵਾਸਤੇ ਤੁਹਾਨੂੰ ਪਤਾ ਕਿ ਹਰ ਸਾਲ ਐਲੋਕੇਸ਼ਨ ਵਧਾਈ ਜਾਂਦੀ ਹੈ। ਇਹਦੇ 'ਚ ਐਜੂਕੇਸ਼ਨ ਤੇ ਹੈਲਥ ਕੇਅਰ ਵਾਸਤੇ ਉਹਨਾਂ ਨੇ ਐਲੋਕੇਸ਼ਨ ਜਿਹੜੀ ਹੈ ਬਜਟ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਵਧਾਈ ਹੈ। ਪਰੰਤੂ ਕੁਝ ਜਿਹੜੀਆਂ ਚੀਜ਼ਾਂ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀਆਂ ਗਾਰੰਟੀਜ਼ ਦਿੱਤੀਆਂ ਜਿਹਦੇ ਆਧਾਰ ਦੇ ਉੱਤੇ ਵੋਟਾਂ ਲਈਆਂ। ਇੱਕ ਤਾਂ ਇਸ ਬਜਟ ਡਾਕੂਮੈਂਟ ਦੇ ਵਿੱਚ ਜਿਹੜੀ ਕੇਜਰੀਵਾਲ ਸਾਹਿਬ ਨੇ 1000 ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਦੇਣਾ ਸੀਗਾ, ਇਹਦਾ ਕੋਈ ਜ਼ਿਕਰ ਨਹੀਂ। ਅੱਛਾ, ਇਹਦੇ ਵਾਸਤੇ ਕੋਈ ਪੈਸਾ ਰਾਖਵਾਂ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ। ਦੂਸਰੀ ਉਹਨਾਂ ਦੀ ਮੇਜਰ ਗਾਰੰਟੀ ਸੀਗੀ ਜਿਹੜੀ ਕਿ ਅਸੀਂ 300 ਯੂਨਿਟ ਫ੍ਰੀ ਦਿਆਂਗੇ ਬਿਜਲੀ ਦੀ, ਉਹਦੇ ਵਿੱਚ ਜ਼ਿਕਰ ਹੈਗਾ। ਲੇਕਿਨ ਬਜਟਰੀ ਐਲੋਕੇਸ਼ਨ ਹੁੰਦਾ ਕਿ ਪੈਸੇ ਉਹਦੇ ਵਾਸਤੇ ਰੱਖੇ ਨੇ ਕਿ ਅਸੀਂ ਇੱਕ ਸਾਲ ਵਿੱਚ 500 ਜਾਂ 700 ਕਰੋੜ ਰੁਪਇਆ ਇਹਨਾਂ ਕੰਮ ਵਾਸਤੇ ਖਰਚਾਂਗੇ। ਉਹਦੇ ਸਿਰਫ ਜ਼ਿਕਰ ਕੀਤਾ ਕਿ ਅਸੀਂ ਖਰਚੇ ਘਟਾਵਾਂਗੇ ਤੇ ਜਿਹੜੀ ਟੈਕਸ ਦੀ ਤੇ ਰੈਵਨਿਊ ਲਾਸਸ ਹੁੰਦੇ ਨੇ, ਚੋਰੀ ਹੁੰਦੀ ਆ, ਉਸ ਨੂੰ ਅਸੀਂ ਬੰਦ ਕਰਾਂਗੇ ਤੇ ਅਸੀਂ ਬਿਜਲੀ ਗਰੀਬਾਂ ਨੂੰ 300 ਯੂਨਿਟ ਫ੍ਰੀ ਦਿਆਂਗੇ। ਤੀਸਰੀ ਗੱਲ, ਜਿਹੜੀ ਚੀਜ਼ ਪੰਜਾਬ ਦੇ ਲੋਕਾਂ ਨੇ ਮੰਗੀ ਹੀ ਨਹੀਂ, ਮਤਲਬ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸਰਕਾਰ ਕੋਲੋਂ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ, ਸਾਨੂੰ ਸਪੋਰਟਸ ਦੇ ਵਾਸਤੇ ਪਿੰਡਾਂ ਦੇ ਵਿੱਚ ਪਲੇਗਰਾਊਂਡ ਦਿੱਤੇ ਜਾਣ, ਜਿਹੜੀਆਂ ਗੱਲਾਂ ਮੰਗਾਂ ਉੱਠ ਰਹੀਆਂ ਅੰਦਰ, ਸਾਡੇ ਸਕੂਲਸ ਅੱਛੇ ਬਣਾਏ ਜਾਣ, ਸਾਡੇ ਹਸਪੀਟਲ ਅੱਛੇ ਬਣਾਏ ਜਾਣ, ਸਾਡੇ ਜਿਹੜੇ ਪਿੰਡਾਂ ਨੂੰ ਇੰਪਰੂਵ ਕਰਨ ਵਾਸਤੇ ਇਨਫਰਾਸਟ੍ਰਕਚਰ ਪੈਸੇ ਦਿੱਤੇ ਜਾਣ। ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਉਹ ਫ੍ਰੀ ਆਟਾ ਡਿਲੀਵਰੀ ਵਾਸਤੇ 500 ਕਰੋੜ ਰੁਪਇਆ ਬਜਟ ਵਿੱਚ ਰੱਖ ਦਿੱਤਾ ਗਿਆ ਵਾ। 497 ਕਰੋੜ 500 ਕਰੋੜ ਦੇ ਕਰੀਬ, ਜਿਹੜੀ ਚੀਜ਼ ਮੰਗੀ ਨਹੀਂ ਕਿਸੇ ਨੇ। ਔਰ ਮੇਰਾ ਇਹ ਮੰਨਣਾ ਵਾ ਕਿ 500 ਕਰੋੜ ਵਿੱਚ ਰਿਸ਼ਵਤਖੋਰੀ ਹੋਵੇਗੀ, ਕਿਉਂਕਿ ਆਟਾ ਤਾਂ ਵੈਸੇ ਹੀ ਸਸਟੇਨ ਨਹੀਂ ਕਰ ਸਕਦਾ। ਕਣਕ ਜਿਹੜੀ ਆ ਲੋਕੀ ਲੈਂਦੇ ਸੀ ਆਪਣੇ ਸਟੋਰ ਕਰਦੇ ਸੀ ਕਿ ਜਿੰਨਾ ਆਟਾ ਪਸਵਾਉਣਾ ਹੁੰਦਾ ਸੀ ਚੱਕੀਆਂ ਤੋਂ ਪਸਵਾ ਕੇ ਉਹਨਾਂ ਵਰਤ ਲੈਂਦੇ ਸੀ ਕਿ ਤੁਸੀਂ ਆਟੇ ਨੂੰ 2 ਮਹੀਨੇ 3 ਮਹੀਨੇ ਸਟੋਰ ਹੀ ਨਹੀਂ ਕਰ ਸਕਦੇ, ਉਸ ਨੂੰ ਸੁਸਰੀ ਲੱਗਦੀ ਆ, ਉਹ ਖਰਾਬ ਹੋ ਜਾਂਦਾ ਵਾ। ਇਸ ਲਈ ਕਿਸੇ ਸ਼ੈਤਾਨ ਆਦਮੀ ਨੇ ਇਹਨਾਂ ਨੂੰ ਸੁਜੈਸਟ ਕੀਤਾ ਔਰ ਇਹਨਾਂ ਨੇ ਚੱਕ ਕੇ 500 ਕਰੋੜ ਰੁਪਈਆ, ਜਿਹੜੀ ਸਟੇਟ ਪੌਣੇ 3 ਲੱਖ ਕਰੋੜ ਰੁਪਏ ਦੀ ਕਰਜ਼ਈ ਆ, ਉਹਦਾ ਇਹਨਾਂ ਨੇ 500 ਕਰੋੜ ਰੁਪਈਆ ਐਲੋਕੇਸ਼ਨ ਰੱਖਿਆ, ਵਿਚ ਇਜ਼ ਐਬਸੋਲੂਟਲੀ ਇਨਟੋਲਰੇਬਲ। ਦੂਸਰਾ, ਇਹਨਾਂ ਨੇ ਐਕਸਾਈਜ਼ ਦੀ ਬੜੀ ਬਹਾਦਰੀ ਨਾਲ ਰੌਲਾ ਪਾਇਆ ਕਿ ਅਸੀਂ ਐਕਸਾਈਜ਼ ਵਿੱਚੋਂ 10,000 ਕਰੋੜ ਰੁਪਈਆ ਕੁੱਲ ਟੋਟਲ, ਯਾਨੀ ਕਿ 4,000 ਕਰੋੜ ਦੇ ਕਰੀਬ ਅਸੀਂ ਰੈਵਨਿਊ ਜਨਰੇਟ ਕਰਾਂਗੇ। ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਦੀ ਐਕਸਾਈਜ਼ ਦੀ ਪਾਲਿਸੀ ਫਲॉप ਹੋ ਗਈ ਹੈ। ਜਿਹੜੀ ਈ ਟੈਂਡਰਿੰਗ ਰੱਖੀ ਸੀ ਕਿ ਲੋਕੀ ਜਿਹੜੇ ਵੱਡੇ ਸਰਕਲ ਬਣਾਤੇ ਅਮੀਰਾਂ ਨੂੰ ਦੇਣ ਵਾਸਤੇ 35 40 ਕਰੋੜ ਦਾ ਸਰਕਲ ਬਣਾਤਾ, ਉਹ ਤਾਂ ਲੋਕੀ ਕੋ ਆਏ ਨਹੀਂ ਅੱਗੇ।
ਸੋ ਇਸ ਤਰ੍ਹਾਂ ਦੇ ਨਾਲ ਇਸ ਤੁਸੀਂ ਆਪ ਬਜਟ ਨੂੰ ਦੇਖ ਲੈਣਾ, ਇਹਦੇ 'ਚ there is nothing which is something revolutionary ਜਾਂ ਕੋਈ ਬਹੁਤ ਵੱਡਾ ਬਦਲਾਅ ਉਲਟ ਫੇਰ ਹੋ ਰਿਹਾ ਵਾ। ਹਾਂ, ਦਿੱਲੀ ਮਾਡਲ ਦਾ ਨਾਮ ਅੰਦਰ ਜਪਿਆ ਜਾ ਰਿਹਾ, ਔਰ ਮੈਂ ਸਮਝਦਾ ਕਿ ਕੱਲ ਨੂੰ ਜਦੋਂ ਡਿਟੇਲ ਵਿੱਚ ਬਹਿਸ ਹੋਗੇ ਉੱਥੇ ਦੱਸਾਂਗੇ। ਇੱਕ ਗੱਲ ਕਹਿਣਾ ਭੁੱਲ ਰਿਹਾ ਸੀਗਾ, ਤੁਹਾਨੂੰ ਯਾਦ ਹੋਵੇਗਾ ਕਿ ਕੇਜਰੀਵਾਲ ਨੂੰ ਜਦੋਂ ਤੁਸੀਂ ਪੁੱਛਿਆ ਸੀ ਬਜਟ ਸਾਰਿਆਂ ਨੇ ਕਿ ਜੀ ਤੁਸੀਂ ਗਰੰਟੀਆਂ ਦੇ ਰਹੇ ਹੋ ਤੇ ਗਰੰਟੀਆਂ ਲਈ ਪੈਸੇ ਕਿੱਥੋਂ ਲੈ ਕੇ ਆਓਗੇ, ਤੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੀ ਹਾਜ਼ਰੀ 'ਚ ਮੈਂ ਸੁਣਿਆ ਸਾਰਾ ਕਿ ਅਸੀਂ ਆਹ ਜਿਹੜਾ ਬਜਟ ਪੇਸ਼ ਹੁੰਦਾ ਇਹਦੇ 'ਚ ਭ੍ਰਿਸ਼ਟਾਚਾਰ ਰੋਕਾਂਗੇ, ਔਰ ਉਹਨਾਂ ਨੇ ਕਿਹਾ ਸੀਗਾ ਕਿ ਭ੍ਰਿਸ਼ਟਾਚਾਰ ਮੇਰੇ ਹਿਸਾਬ ਦੇ ਨਾਲ ਬਜਟ ਵਿੱਚ 20% ਦੇ ਲਾਗੇ ਚੋਰੀ ਹੁੰਦੀ ਹੈ। ਹੁਣ ਇਸ ਬਜਟ ਵਿੱਚ ਉਹਦਾ ਕੋਈ ਜ਼ਿਕਰ ਨਹੀਂਗਾ। ਪਰਸੋਂ ਵਾਈਟ ਪੇਪਰ ਜਾਰੀ ਕੀਤਾ ਸੀ, ਉਸ ਵਾਈਟ ਪੇਪਰ ਵਿੱਚ ਵੀ ਕੋਈ ਜ਼ਿਕਰ ਨਹੀਂਗਾ ਕਿ ਅਸੀਂ ਚੋਰੀ ਰੋਕਾਂਗੇ। ਦੈਟ ਮੀਨਸ ਯੂ ਪਲੇਡ ਅ ਫਰਾਡ ਵਿਦ ਦ ਪੀਪਲ ਆਫ ਪੰਜਾਬ। 34,000 ਕਰੋੜ ਰੁਪਇਆ ਕਹਿੰਦੇ ਰੋਕਾਂਗੇ, ਔਰ ਇਸ ਬਜਟ ਵਿੱਚ ਬਹੁਤ ਵੱਡਾ ਹਿੱਸਾ 80-90% ਕਮਿਟਡ ਐਕਸਪੈਂਡੀਚਰ ਆ। ਕਮਿਟਡ ਐਕਸਪੈਂਡੀਚਰ ਭਾਵ ਕਿ ਜਿਹੜੀਆਂ ਤਨਖਾਹਾਂ ਨੇ, ਜਿਹੜੀਆਂ ਪੈਨਸ਼ਨਾਂ ਨੇ, ਜਿਹੜੇ ਕਰਜ਼ੇ ਦੀ ਕਿਸ਼ਤ ਅਦਾਇਗੀ ਆ, ਪ੍ਰਿੰਸੀਪਲ ਅਮਾਉਂਟ ਅਦਾਇਗੀ ਆ, ਜਿਹੜਾ ਸਟੇਟ ਲੈਵਲ ਅੰਡਰਟੇਕਿੰਗ ਬਾਡੀਜ਼ ਨੇ, ਪਨਸਪ, ਮਾਰਕਫੈਡ ਜਾਂ ਪੰਜਾਬ ਐਗਰੋ, ਇਦਾਂ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਦੇ ਬੋਰਡਸ ਨੇ, ਇਹਦਾ ਕਰਜ਼ੇ ਦੀ ਅਦਾਇਗੀ ਹੈਗੀ ਆ। PSPCL ਨੂੰ ਮੁਫਤ ਬਿਜਲੀ ਦੀ ਜਿਹੜੀ ਜਾਰੀ ਆ ਸਬਸਿਡੀ, ਜਿਹੜੀ ਉਹਦੀ ਅਦਾਇਗੀ ਹੈ PSPCL ਨੂੰ। ਸੋ ਜਿਹੜਾ ਕਮਿਟਡ ਐਕਸਪੈਂਡੀਚਰ ਹੈ ਉਹਦੇ 'ਚੋਂ ਤੁਸੀਂ ਕਿੱਥੋਂ ਭ੍ਰਿਸ਼ਟਾਚਾਰ ਰੋਕ ਲਓਗੇ? ਔਰ ਸਿਰਫ ਜਿਹੜੇ ਪ੍ਰੋਜੈਕਟਸ ਚੱਲਦੇ ਨੇ ਪੰਜਾਬ 'ਚ ਉਹਨਾਂ ਦਾ ਸਕੋਪ ਹੀ ਹੈ ਨਹੀਂਗਾ। ਸੋ ਇੱਕ ਝੂਠ ਅੱਜ ਆਮ ਆਦਮੀ ਪਾਰਟੀ ਦਾ ਫੜਿਆ ਗਿਆ ਵਾ ਕਿ ਨਾ ਇਹਨਾਂ ਨੇ 1000 ਰੁਪਈਆ ਔਰਤਾਂ ਦੇ ਵਾਸਤੇ ਰੱਖਿਆ ਪੈਸਾ, ਨਾ ਇਹਨਾਂ ਨੇ ਕਿਹਾ ਜਿਹੜਾ ਅਸੀਂ 34,000 ਕਰੋੜ ਰੁਪਇਆ ਪੈਦਾ ਕਰਾਂਗੇ ਉਹਦੇ 'ਚੋਂ ਭ੍ਰਿਸ਼ਟਾਚਾਰ ਰੋਕ ਕੇ ਬਜਟ ਵਿੱਚੋਂ, ਨਾ ਉਹਦੀ ਗੱਲ ਹੈ, ਨਾ ਵਾਈਟ ਪੇਪਰ ਵਿੱਚ ਗੱਲ ਹੈ। ਔਰ ਮਾਈਨਿੰਗ ਦਾ ਜਿਹੜਾ ਕਹਿੰਦੇ ਸੀ ਕੇਜਰੀਵਾਲ ਸਾਹਿਬ ਕੇ ਸੀ, ਔਰ ਭਗਵੰਤ ਮਾਨ ਨੂੰ ਇੱਕ ਵਾਰੀ ਨਹੀਂ ਸੁਣਿਆ, 100 ਵਾਰੀ ਸੁਣਿਆ ਕਿ ਅਸੀਂ 20,000 ਕਰੋੜ ਰੁਪਈਆ ਗੈਰ ਕਾਨੂੰਨੀ ਮਾਈਨਿੰਗ ਦਾ, ਮਾਫੀਆ ਦਾ ਕੰਮ ਬੰਦ ਕਰਕੇ 20,000 ਪੈਦਾ ਕਰਾਂਗੇ। ਲੇਕਿਨ ਇਸ ਬਜਟ ਵਿੱਚ ਇਹਨਾਂ ਨੇ ਕਿਹਾ ਵਾ ਕਿ ਮਾਈਨਿੰਗ ਸਮੇਤ ਸਾਰੇ ਸਾਲ ਵਿੱਚ ਅਸੀਂ ਰੈਵਨਿਊ ਜਨਰੇਟ ਜਿਹੜੀ ਕਰਾਂਗੇ ਉਹ 'ਚ ਅਸੀਂ 400-500 ਕਰੋੜ ਰੁਪਈਆ ਦਾ ਇਜ਼ਾਫਾ ਕਰਾਂਗੇ। ਔਰ ਕੱਲ ਹਰਜੋਤ ਬੈਂਸ ਨੇ ਕਿਹਾ ਸੀ ਅਸੀਂ ਕਿ ਇੱਕ ਮਹੀਨੇ 'ਚ ਅਸੀਂ 30 ਕਰੋੜ ਰੁਪਈਆ ਮਾਈਨਿੰਗ ਤੋਂ ਜਨਰੇਟ ਕੀਤਾ। ਹੁਣ 12 360 ਕਰੋੜ ਰੁਪਈਆ ਵੱਧ ਤੋਂ ਵੱਧ, ਇੰਨਾ ਵੀ ਨਹੀਂ ਹੋਣਾ, ਯਾਦ ਰੱਖੋ ਤੁਸੀਂ ਜਦੋਂ ਸਾਰਾ ਸਾਲ ਖਤਮ ਹੋਵੇਗਾ, ਜੇ ਮੰਨ ਲਓ 360 ਕਰੋੜ ਰੁਪਈਆ ਕਹਿੰਦੇ ਅਸੀਂ ਜਨਰੇਟ ਕਰਾਂਗੇ, ਜਿਹੜਾ ਕਿ ਪਹਿਲੇ ਸਮੇਂ ਵਿੱਚ 150-200 ਕਰੋੜ ਚੱਲਦਾ ਸੀਗਾ, ਤਾਂ 100-150 ਕਰੋੜ ਦਾ ਇਜ਼ਾਫਾ ਕਿੱਥੇ 20,000 ਕਰੋੜ ਰੁਪਇਆ ਜਨਰੇਟ ਕਰਨ ਦਾ ਝੂਠ ਬੋਲਿਆ ਗਿਆ ਸੀ ਲੋਕਾਂ ਨੂੰ। ਸੋ ਇਸ ਕਰਕੇ ਇਹ ਸਾਰੇ ਮਸਲੇ ਜਿਹੜੇ ਨੇ ਇਹਦੇ ਬਜਟ 'ਚ ਅਸੀਂ ਕੱਲ ਬਹਿਸ ਵਿੱਚ ਹਿੱਸਾ ਲਵਾਂਗੇ। ਔਰ ਤੁਹਾਨੂੰ ਹੋਰ ਖੈਰਾ ਸਾਹਿਬ ਇੱਕ ਹੋਰ ਚੀਜ਼ ਐਡ ਕੀਤੀ ਗਈ ਹੈ, ਕਹਿੰਦੇ NRIs ਤੋਂ ਫੰਡ ਲਿਆ ਜਾਵੇਗਾ, NRIs ਤੋਂ ਫੰਡ ਲੈ ਜਾ ਕੇ ਕਿਹੜੇ ਖਾਤੇ ਦੇ ਵਿੱਚ ਪਾਇਆ ਜਾਵੇਗਾ? ਕਹਿ ਰਹੇ ਕਿ NRIs ਦੇ ਡਾਟੇ ਕਢਾਏ ਜਾ ਰਹੇ ਨੇ ਪੂਰੇ ਪੰਜਾਬ ਦੇ NRIs ਤੋਂ, ਚਿੱਠੀ ਭੇਜੀ ਜਾਏਗੀ ਦੇਖੋ ਇਸ ਬਜਟ ਦੇ ਵਿੱਚ ਹਲੇ ਐਵੇਂ ਇਹਦੇ 'ਚ ਕੋਈ ਠੋਸ ਗੱਲ ਨਹੀਂ ਹੈ NRIs ਦੇ ਪ੍ਰੋਗਰਾਮ ਬਾਰੇ। ਮੈਂ ਪੜਿਆ, ਇੱਕ ਪੈਰਾ ਹੈ ਸਿਰਫ NRIs ਦਾ, ਤੁਹਾਡੇ ਕੋਲ ਵੀ ਕਾਪੀ ਆ ਜਾਣੀ, ਤੁਸੀਂ ਦੇਖ ਲੈਣਾ। NRIs ਨੂੰ ਜਦ ਤੱਕ ਤੁਸੀਂ ਪੰਜਾਬ ਦੇ ਵਿੱਚ ਔਨਰੇਬਲ ਤਰੀਕੇ ਨਾਲ ਭਾਈਵਾਲ ਨਹੀਂ ਬਣਾਉਂਦੇ, ਉਹਨਾਂ ਨੂੰ ਸਟੇਕ ਹੋਲਡਰਸ ਕਿ ਉਹ ਉਹਨਾਂ ਨੂੰ ਨਿਗਰਾਨੀ ਦੇ ਅਧਿਕਾਰ ਦਿੱਤੇ ਜਾਣ, ਉਹਨਾਂ ਨੂੰ ਕੰਮ ਮਟੀਰੀਅਲ ਖਰੀਦਣ ਦੇ ਅਧਿਕਾਰ ਦਿੱਤੇ ਜਾਣ, ਸੁਪਰਵਿਜ਼ਨ ਦੇ ਅਧਿਕਾਰ ਦਿੱਤੇ ਜਾਣ। ਵਰਨਾ ਤਾਂ ਸਿਰਫ NRIs ਨੂੰ ਆਮ ਤੌਰ ਤੇ ਸਰਕਾਰਾਂ ਇੱਕ ਕੀ ਕਹਿੰਦੇ ਹੁੰਦੇ ਕਿ ਸੋਰਸ ਆਫ ਮਨੀ, ਉਹਨਾਂ ਤੋਂ ਪੈਸੇ ਲੈਣਾ ਜਾਣਦੀਆਂ ਨੇ, ਲੇਕਿਨ ਉਹਨਾਂ ਦਾ ਮਾਣ ਸਤਿਕਾਰ ਅੱਜ ਤੱਕ NRIs ਦਾ ਕਿਸੇ ਸਰਕਾਰ ਨੇ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਭਾਈਵਾਲਤਾ ਹੋਵੇ। NRIs ਬਹੁਤ ਕੁਝ ਪੰਜਾਬ 'ਚ ਯੋਗਦਾਨ ਪਾ ਸਕਦੇ ਆ ਔਰ ਆਪਣੇ ਪਿੰਡ ਨੂੰ ਸੁਧਾਰ ਸਕਦੇ। ਸਰ ਕੁੱਲ ਬਜਟ 1.5 ਲੱਖ ਕਰੋੜ ਹੈ ਫ੍ਰੀ ਬਿਜਲੀ ਵਾਲਾ ਜੀ, ਉਹ ਕਹਿੰਦੇ ਅਸੀਂ ਲਾਗੂ ਕਰਨ ਜਾ ਰਹੇ ਹਾਂ। ਹਾਂ, ਉਹ ਕਹਿ ਰਹੇ ਨੇ ਨਾ, ਬਟ ਬਜਟਰੀ ਐਲੋਕੇਸ਼ਨ ਹੈ ਨਹੀਂ ਇਹਦੇ ਵਿੱਚ ਜੀ। 300 ਯੂਨਿਟ ਫ੍ਰੀ ਕਹਿੰਦੇ ਕਰਾਂਗੇ, ਅਗਰ ਅਸੀਂ ਪੁੱਛਦੇ ਕਿ ਪੈਸਾ ਕਿੱਥੋਂ ਆਵੇਗਾ ਤਾਂ ਉਹ ਕਹਿੰਦੇ ਜੀ ਅਸੀਂ ਪੈਸੇ ਦੀ ਜਿਹੜੀ ਲੀਕੇਜ ਰੋਕਾਂਗੇ, ਟੈਕਸ ਚੋਰੀ ਰੋਕਾਂਗੇ ਔਰ ਆਪਣੇ ਖਰਚੇ ਘਟਾਵਾਂਗੇ ਤੇ ਅਸੀਂ 300 ਯੂਨਿਟ ਦੇਵਾਂਗੇ। ਮਤਲਬ ਬਜਟਰੀ ਐਲੋਕੇਸ਼ਨ ਮੈਨੂੰ ਇਸ ਡਾਕੂਮੈਂਟ ਦੇ ਵਿੱਚ 300 यूनिट फ्री बिजली की नजर नहीं है। खैरा सर का बजट 1.5 लाख करोड़ का है और टोटल जो एक्सपेंडिचर सरकार ने जो इसके अंदर बताया वो लगभग 1,05,000 करोड़ रुपए बताया और जिसमें से 66,000 जो करोड़ है वो पिछला जो है उसको कैरी ऑन करने पे खर्च होगा। तो क्या लगता है कि 40 से 45 हज़ार करोड़ के अंदर जो इन्होंने मेडिकल कॉलेज या जितना भी स्कॉलरशिप नहीं, 40-45 हज़ार करोड़ भी नहीं, आपको गलतफहमी है। प्लीज़ एनालाइज द डॉक्यूमेंट प्रॉपर्ली। कैपिटल कमिटेड एक्सपेंडिचर इतना ज़्यादा है, एक मिनट बात सुन लें जी। और जो इन्होंने अपना जो कर्जा सरकार को टेक ओवर करना पड़ा, जो उदय स्कीम का, UDAY का, और जो स्टेट लेवल अंडरटेकिंग्स थी ਸੀਗੀਆਂ ਪੰਜਾਬੀ ਚ ਆਇਆ ਨਾ, ਜਿਹੜੀਆਂ ਸਟੇਟ ਲੈਵਲ ਅੰਡਰਟੇਕਿੰਗ ਸੀਗੀਆਂ ਨਾ, ਉਹਦਾ ਕਰਜ਼ਾ ਵੀ ਇਹਨਾਂ ਨੂੰ ਚੱਕਣਾ ਪਿਆ ਵਾ, ਜਿਹਦੇ ਕਰਕੇ ਕੋਈ ਬਹੁਤਾ ਸਕੋਪ ਡਿਵੈਲਪਮੈਂਟ ਦੇ ਵਾਸਤੇ ਹੈ ਨਹੀਂਗਾ। ਤਾਈਓ ਤਾਂ ਮੈਂ ਕਹਿ ਰਿਹਾ ਵਾਂ ਕਿ ਜਿਹੜੇ ਲੋਕ ਕਹਿੰਦੇ ਸੀ ਅਸੀਂ ਬਜਟ ਵਿੱਚੋਂ ਭ੍ਰਿਸ਼ਟਾਚਾਰ ਰੋਕ ਕੇ 34,000 ਕਰੋੜ ਰੁਪਇਆ ਅਸੀਂ ਪੰਜਾਬ ਦੇ ਲੋਕਾਂ ਦੇ ਦੇਵਾਂ, ਉਹ ਸਾਰਾ ਝੂਠ ਸੀਗਾ।
ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਮੈਂ ਤਾਂ ਕਿਤੇ ਕੋਈ ਬਹੁਤ ਵੱਡੀ ਐਲੋਕੇਸ਼ਨ ਵੱਡੇ ਪ੍ਰੋਜੈਕਟਸ ਵਾਸਤੇ ਮੈਨੂੰ ਨਜ਼ਰ ਨਹੀਂ ਆਈ। ਜੇ ਮੈਂ ਤੁਹਾਨੂੰ ਕਹਿ ਰਿਹਾ ਸਪੋਰਟਸ ਡਿਪਾਰਟਮੈਂਟ ਵਾਸਤੇ ਜੇ ਸਪੋਰਟਸ ਇਨਫਰਾਸਟ੍ਰਕਚਰ ਜਿਹਨੂੰ ਕਹਿੰਦੇ ਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਅੱਗੇ ਲਿਆਉਣ, ਉਹਦੇ ਲਈ ਸਿਰਫ 25 ਕਰੋੜ ਰੁਪਈਆ ਵਾ। ਇਹਦੇ ਮੁਕਾਬਲੇ ਤੇ ਫ੍ਰੀ ਆਟਾ ਪਿੰਡਾਂ ਨੂੰ ਦੇਣ ਵਾਸਤੇ 500 ਕਰੋੜ ਰੁਪਈਆ ਰੱਖ ਲਿਆ। ਸੋ ਆਈ ਵੁੱਡ ਜਸਟ ਕਾਲ ਦਿਸ ਪਾਰਟਿਕੂਲਰਲੀ ਆਟਾ ਫ੍ਰੀ ਦੇਣ ਦਾ ਜਿਹੜੀ ਕਿਸੇ ਨੇ ਮੰਗਿਆ ਨਹੀਂ, ਇਟਸ ਅ ਵੈਰੀ ਡਾਊਟਫੁਲ ਸਕੀਮ ਐਂਡ ਅ ਵੈਰੀ ਫੁਲਿਸ਼ ਐਕਟ ਔਨ ਦ ਪਾਰਟ ਆਫ ਦ ਗਵਰਨਮੈਂਟ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਐਮਐਲਏ ਬਲਜਿੰਦਰ ਕੌਰ ਦੇ ਵੱਲੋਂ ਬਿਆਨ ਦਿੱਤੇ ਗਏ ਨੇ, ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ। ਉਹਨੇ ਕਿਹਾ ਕਿ ਔਰਤਾਂ ਨੂੰ ਮੁੱਖ ਰੱਖਦਿਆਂ ਸੀ ਫੈਸਲੇ ਲਏ ਨੇ ਕਿਉਂਕਿ ਔਰਤਾਂ ਦੇ ਸੁਝਾਅ ਆਏ ਸੀਗੇ। ਔਰ ਉੱਥੇ ਜੇ ਗੱਲ ਕਰ ਲਈ ਤਾਂ ਕਿਸਾਨਾਂ ਦੇ ਲਈ ਵੀ ਉਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਜਿਹੜਾ ਬਜਟ ਪੇਸ਼ ਕੀਤਾ ਗਿਆ, ਸੋ ਆਓ ਕੀ ਕਹਿਣਾ ਹੈ ਜ਼ਰੂਰ ਸੁਣਾਉਂਦੇ ਹਾਂ। ਹਰ ਉਹ ਵਰਗ ਜਿਹੜਾ ਬੜੀ ਆਸ ਦੇ ਨਾਲ ਉਮੀਦ ਦੇ ਨਾਲ ਤੱਕਦਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਜਟ, ਔਰ ਇਹ ਪਹਿਲੀ ਵਾਰੀ ਹੋਇਆ ਕਿ ਜਨਤਾ ਦਾ ਬਜਟ ਜਿਹੜਾ ਉਹਨਾਂ ਦੀ ਰਾਏ ਦੇ ਨਾਲ ਤਿਆਰ ਕੀਤਾ ਗਿਆ, ਉਹਨਾਂ ਦੀ ਸਲਾਹ ਦੇ ਨਾਲ ਤਿਆਰ ਕੀਤਾ ਗਿਆ। ਖਾਸ ਕਰਕੇ ਉਹ ਵਿਮਨ ਵਰਗ ਜਿਹਨੂੰ ਅੱਜ ਤੱਕ ਬਜਟ ਦਾ ਕੀ ਕਿਸੇ ਵੀ ਕੰਮ ਦੇ ਵਿੱਚ ਇਨਵੋਲਵ ਨਹੀਂ ਕੀਤਾ ਜਾਂਦਾ ਸੀ, ਸੋ ਉਸ ਵਿਮਨ ਵਰਗ ਦਾ ਦੀ ਰਾਏ ਲੈ ਕੇ ਵੀ, ਲੇਡੀਜ਼ ਦਾ ਰਾਏ ਮਸ਼ਵਰਾ ਲੈ ਕੇ ਵੀ ਇਸ ਬਜਟ ਦੇ ਵਿੱਚ ਜਿਹੜਾ ਆ ਅੱਜ ਬਜਟ ਤਿਆਰ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਆ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਗੱਲ ਕਰਦੀ ਸੀਗੀ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਏਜੰਡਿਆਂ ਦੀ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਇੱਕ ਅਹਿਮ ਏਜੰਡਾ ਸੀਗਾ ਕਿ ਪੰਜਾਬ ਸਟੇਟ ਨੂੰ ਸਰਕਾਰ ਦਿੱਤੀ ਜਾਏਗੀ, ਮਾਹੌਲ ਦਿੱਤਾ ਜਾਏਗਾ, ਵਪਾਰੀਆਂ ਨੂੰ ਮਾਹੌਲ ਦਿੱਤਾ ਜਾਏਗਾ ਜਿਹੜਾ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਤੋਂ ਮੁਕਤ ਹੋਊਗਾ, ਤੇ ਉਸ ਸਮਾਜ ਦੀ, ਉਸ ਪੰਜਾਬ ਦੀ ਸਿਰਜਣਾ ਤੇ ਜੇ ਉਹਦਾ ਅੱਜ ਸਟਾਰਟਿੰਗ ਪੁਆਇੰਟ ਆ ਤਾਂ ਸਾਡੀ ਸਰਕਾਰ ਨੇ ਇਸ ਬਜਟ ਤੋਂ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗੀ ਕਿ ਬਹੁਤ ਵੱਡੀ ਗੱਲ ਆ, ਕਿਉਂਕਿ ਇੱਕ ਸਦੀਆਂ ਤੋਂ ਪੰਜਾਬ ਇਸ ਗੱਲ ਨੂੰ ਤਰਸਦਾ ਸੀਗਾ ਕਿ ਕਾਸ਼ ਕੋਈ ਸਰਕਾਰ ਐਸੀ ਬਣੇ ਜਿੱਥੇ ਸਾਨੂੰ ਇਸ ਰਿਸ਼ਵਤਖੋਰੀ ਤੋਂ ਤੇ ਭ੍ਰਿਸ਼ਟਾਚਾਰੀ ਤੋਂ ਸਾਨੂੰ ਆਜ਼ਾਦੀ ਮਿਲੇ, ਅਸੀਂ ਇਹ ਤੋਂ ਆਜ਼ਾਦ ਮਹਿਲਾਵਾਂ ਦੇ ਨਾਲ ਕਿਤੇ ਨਾ ਕਿਤੇ ਧੋਖਾ ਕੀਤਾ ਗਿਆ, ਜਿਹੜੇ 1000 ਰੁਪਏ ਦੇਣੇ ਸੀਗੇ ਸੁਖਜਿੰਦਰ ਰੰਧਾਵਾ। ਨਹੀਂ, ਵਿਰੋਧੀਆਂ ਦੇਖੋ, ਮੈਂ ਇੱਕ ਗੱਲ ਕਹਿ ਸਕਦੀ ਹਾਂ, ਵਿਰੋਧੀਆਂ ਦਾ ਕੰਮ ਵੈਸੇ ਤਾਂ ਇਹ ਹੋਣਾ ਚਾਹੀਦਾ ਓਪੋਜੀਸ਼ਨ ਦਾ ਕਿ ਜੇ ਸਰਕਾਰ ਕੋਈ ਚੰਗਾ ਕੰਮ ਕਰਦੀ ਹੈ ਤਾਂ ਉਹਦੀ ਐਪਰੀਸ਼ੀਏਸ਼ਨ ਕਰਨਾ ਇਹ ਓਪੋਜੀਸ਼ਨ ਦੀ ਡਿਊਟੀ ਬਣਦੀ ਹੈ। ਬਟ ਇਟ ਡਸਨਟ ਮੀਨ ਕਿ ਹਰ ਵਾਰੀ ਸਰਕਾਰ ਦੇ ਵਿੱਚ ਜੇ ਕੋਈ ਮਾੜੀਆਂ ਮੋਟੀਆਂ ਉਣਤਾਈਆਂ ਰਹਿੰਦੀਆਂ ਨੇ, ਕਮੀਆਂ ਪੇਸ਼ੀਆਂ ਰਹਿੰਦੀਆਂ ਨੇ, ਉਹਨਾਂ ਨੂੰ ਗਿਣਾਉਣਾ ਹੀ ਵਿਰੋਧੀਆਂ ਦਾ ਕੰਮ ਨਹੀਂ ਹੁੰਦਾ। ਸੋ ਵਾਟ ਦੇ ਆਰ ਡੂਇੰਗ, ਉਹ ਇਹੀ ਕੰਮ ਕਰਦੇ ਨੇ। ਪਰ ਇੱਕ ਗੱਲ ਮੈਂ ਹੋਰ ਜਿਹੜੀ ਦਾਅਵੇ ਨਾਲ ਕਹੂੰਗੀ, ਇਸ ਪਵਿੱਤਰ ਸਦਨ ਦਾ ਮੰਚ ਇਸ ਗੱਲ ਦੀ ਗਵਾਹੀ ਭਰਦਾ ਕਿ ਆਮ ਆਦਮੀ ਪਾਰਟੀ ਭਾਵੇਂ ਉਹ ਗਵਰਨਰ ਐਡਰੈਸ ਜਿਹਨੂੰ ਸਰਕਾਰ ਦੀਆਂ ਪਾਲਿਸੀਆਂ ਦਾ ਇੱਕ ਸ਼ੀਸ਼ਾ ਕਿਹਾ ਜਾਂਦਾ, ਇੱਕ ਵਿਜ਼ਨ ਕਿਹਾ ਜਾਂਦਾ ਆ, ਤੇ ਭਾਵੇਂ ਉਹ ਬਜਟ ਹੋਵੇ, ਇਨ ਬਿਨ ਲਾਗੂ ਕਰਨ ਦੀ ਜੇ ਕੋਈ ਸਮਰੱਥਾ ਰੱਖਦਾ ਆ ਤਾਂ ਇਨ ਬਿਨ ਜੋ ਉੱਥੇ ਕਿਹਾ ਜਾਂਦਾ ਉਹਨੂੰ ਲਾਗੂ ਕੀਤਾ ਜਾਵੇ। ਜੇ ਕੋਈ ਇਸ ਗੱਲ ਦੀ ਤਜਵੀਜ਼ ਇੱਥੇ ਪ੍ਰੈਜ਼ੈਂਟ ਕਰਦਾ ਤਾਂ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ। ਇਦੋਂ ਪਹਿਲਾਂ ਬਥੇਰੇ ਬਜਟ, ਬਥੇਰੇ ਜਿਹੜੇ ਗਵਰਨਰ ਐਡਰੈਸ ਹਾਊਸ ਦੇ ਵਿੱਚ ਪਾਸ ਹੋ ਕੇ ਗਏ ਨੇ। ਮਾਫ ਕਰਨਾ, ਇਸ ਪਵਿੱਤਰ ਸਦਨ ਦੀ ਜਿਹੜੀ ਮਰਿਆਦਾ ਆ ਉਹਨੂੰ ਸਰਕਾਰਾਂ ਨੇ ਅੱਜ ਤੱਕ ਖਤਮ ਕੀਤਾ ਆ। ਜੋ ਉਹਨਾਂ ਨੇ ਕਿਹਾ ਉੱਥੇ ਉਹਦੇ ਤੋਂ ਅਕਸਰ ਭੱਜਦੇ ਹੋਏ ਨਜ਼ਰ ਆਏ ਨੇ। ਸੋ ਸਾਡੀ ਸਰਕਾਰ, ਇਸ ਗੱਲ ਦਾ ਮੈਨੂੰ ਮਾਣ ਆ, ਬਹੁਤ ਖੁਸ਼ੀ ਆ, ਐਂਡ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜੋ ਅੱਜ ਇੱਥੇ ਪਾਸ ਹੋਇਆ, ਜੋ ਕਿਹਾ ਗਿਆ, ਵੈਰੀ ਸ਼ੋਰ, ਵੈਰੀ ਕਲੀਅਰ ਕਿ ਉਹ ਲਾਗੂ ਇੱਥੇ ਹੋਣਾ ਹੀ ਹੋਣਾ। ਦੇਖੋ ਜੀ, 300 ਯੂਨਿਟ ਫ੍ਰੀ ਬਿਜਲੀ ਦੀ ਗੱਲ ਕੀਤੀ ਜਾ ਰਹੀ ਸੀ, ਉਸ ਦਾ ਕੋਈ ਬਜਟ ਐਲੋਕੇਸ਼ਨ ਦੇ ਵਿੱਚ ਜ਼ਿਕਰ ਸਾਹਮਣੇ ਨਹੀਂ ਆਇਆ। ਪਰ ਇੱਕ ਚੀਜ਼, 300 ਯੂਨਿਟ ਦੀ ਬਿਜਲੀ ਦੀ ਗੱਲ ਕੀਤੀ ਸੀਗੀ ਕਿ ਜਿਹੜੀ 1 ਜੁਲਾਈ ਤੋਂ ਲਾਗੂ ਹੋਣ ਜਾ ਰਹੀ ਹੈ, ਇਹ ਬਜਟ ਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਹੈ ਨਾ। ਤਾਂ ਮੈਨੂੰ ਤਾਂ ਇੱਕ ਗੱਲ ਤੇ ਬੜਾ ਸਪਸ਼ਟ ਤੇ ਬੜਾ ਸਾਫ਼ ਆ ਕਿ ਜਦੋਂ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ 1 ਜੁਲਾਈ ਤੋਂ ਨੂੰ ਲਾਗੂ ਕਰਾਂਗੇ, ਇਟ ਮੀਨਸ ਉਹ ਲਾਗੂ ਹੋਣ ਜਾ ਰਿਹਾ ਹੈ। ਉਹਦੇ ਚ ਕੋਈ ਦੋ ਰਾਵਾਂ ਨਹੀਂ ਹੈ। ਇੱਕ ਪੁਆਇੰਟ ਹੋਰ ਜਿਹੜਾ ਮੈਂ ਮੀਡੀਆ ਨੂੰ ਦੱਸਣਾ ਚਾਹੁੰਦੀ ਆ ਕਿ 2 ਮਹੀਨੇ ਪਹਿਲਾਂ ਦੀ ਗੱਲ ਆ, 1.5 ਮਹੀਨਾ ਬੜਾ ਰੌਲਾ ਪੈਂਦਾ ਸੀ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਕਿ ਇਹਨਾਂ ਤੋਂ ਤਾਂ ਬਿਜਲੀ ਨਹੀਂ ਪੂਰੀ ਹੋਣੀ, ਇਹ ਲਾਈਟ ਹੀ ਨਹੀਂ ਪੂਰੀ ਕਰ ਸਕਦੇ ਪੰਜਾਬ 'ਚ। ਕਿ ਜਿੱਦਾਂ ਦੀ ਸਰਕਾਰ ਬਣੀਆਂ ਲੋਕਾਂ ਦੀਆਂ ਬੱਤੀਆਂ ਬੰਦ ਹੋ ਗਈਆਂ। ਪਰ ਮੀਡੀਆ ਦੇ ਜ਼ਰੀਏ ਮੈਂ ਜਿੱਥੇ ਸਰਕਾਰ ਦਾ ਧੰਨਵਾਦ ਕਰਦੀ ਹਾਂ ਤਾਂ ਇੱਕ ਗੱਲ ਮਾਣ ਨਾਲ ਕਹਿੰਦੀ ਹਾਂ ਕਿ ਜੇ 96 ਘੰਟੇ
ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਬਿਜਲੀ ਦਿੱਤੀ ਹੈ, ਮੋਟਰਾਂ ਦੀ ਬਿਜਲੀ ਦਿੱਤੀ ਹੈ ਲਗਾਤਾਰ। ਇਟਸ ਔਨ ਰਿਕਾਰਡ। ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ ਹੈ 8 ਘੰਟੇ ਲੈਣ ਦੇ ਲਈ ਵੀ ਬਿਜਲੀ। ਸਾਡੇ ਕਿਸਾਨ ਮੈਂ ਦੇਖੇ ਨੇ ਜਦੋਂ ਧਰਨਿਆਂ ਤੇ ਬੈਠਦੇ ਸੀ, ਜਦੋਂ ਸੰਘਰਸ਼ ਕਰਦੇ ਤੇ ਸੀ। ਸੰਗਰੂਰ ਚ ਉਹਨਾਂ ਹਾਰ ਦਾ ਕਾਰਨ ਕੀ ਮੰਨਦੇ ਹੋ? ਦੇਖੋ ਇਹ ਲੋਕਤੰਤਰ ਆ। ਮੈਂ ਪਹਿਲਾਂ ਕਿਹਾ, ਮੈਂ ਬਹੁਤ ਵਧਾਈ ਦਿੰਦੀ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ, ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ, ਲੋਕਾਂ ਦਾ ਫਤਵਾ ਜਿਹੜਾ ਸਿਰ ਮੱਥੇ ਪ੍ਰਵਾਣਾ। ਪਰ ਇਹਦੇ 'ਚ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਆ ਸਾਰਾ ਮੀਡੀਆ ਤੁਸੀਂ ਇੱਥੇ ਖੜੇ ਹੋ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਖਿਆਲ ਮੇਰੀ ਪਹਿਲੀ ਵੀ 2014 ਦੇ ਵਿੱਚ ਬਾਈ ਇਲੈਕਸ਼ਨ ਸੀਗੀ ਤਲਵੰਡੀ ਸਾਬੋ ਦੀ ਆਮ ਆਦਮੀ ਪਾਰਟੀ ਦੀ, ਜਿਹੜੀ ਇਲੈਕਸ਼ਨ ਨੂੰ ਸਰਕਾਰ ਨੇ ਲੁੱਟ ਕੇ, ਸਰਕਾਰ ਨੇ ਗੁੰਡਾਗਰਦੀ ਦੇ ਜ਼ੋਰ ਤੇ, ਸਰਕਾਰ ਨੇ ਡੰਡੇ ਦੇ ਜ਼ੋਰ ਤੇ ਉਸ ਇਲੈਕਸ਼ਨ ਨੂੰ ਲੁੱਟ ਕੇ ਆਪਦੀ ਝੋਲੀ ਪਾਇਆ ਸੀ। ਪਰ ਸਾਡੀ ਸਰਕਾਰ ਨੇ ਇਲੈਕਸ਼ਨ ਫੇਅਰ ਐਂਡ ਫਾਈਨ ਤਰੀਕੇ ਨਾਲ ਹੋਣ ਦਿੱਤੀ ਆ, ਬਿਨਾਂ ਕਿਸੇ ਗੁੰਡਾਗਰਦੀ ਤੋਂ, ਬਿਨਾਂ ਕਿਸੇ ਬੂਥ ਕੈਪਚਰਿੰਗ ਤੋਂ। ਲੋਕਾਂ ਨੂੰ ਅਸਲ ਡੈਮੋਕ੍ਰੇਸੀ ਦਾ ਅਹਿਸਾਸ ਜੇ ਹੋਣ ਦਿੱਤਾ ਤਾਂ ਆਮ ਆਦਮੀ ਪਾਰਟੀ। ਸੋ ਇਹ ਸੀਗਾ ਪੰਜਾਬ ਦਾ ਬਜਟ 2022 ਤੋਂ 23। ਸੋ ਹੁਣ ਦੇਖਣਾ ਇਹ ਬਾਕੀ ਹੈ ਕਿ ਇਸ ਬਜਟ ਨੂੰ ਪੇਸ਼ ਤਾਂ ਕਰ ਦਿੱਤਾ ਗਿਆ ਤੇ ਕਦੋਂ ਤੱਕ ਇਹ ਜਿਹੜੀਆਂ ਲਾਗੂ ਹੁੰਦੀਆਂ ਨੇ, ਜੋ ਗੱਲਾਂ ਕਹੀਆਂ ਗਈਆਂ ਨੇ, ਕਦੋਂ ਮੁਲਾਜ਼ਮ ਪੱਕੇ ਹੁੰਦੇ ਨੇ, ਕਦੋਂ ਸਕੂਲਾਂ ਨੂੰ ਲੈ ਕੇ ਕੁਝ ਬਣਦਾ ਹੈ, ਜਾਂ ਗੱਲ ਕਰ ਲਈਏ ਯੂਨੀਵਰਸਿਟੀਆਂ ਬਣਦੀਆਂ ਨੇ, ਤਾਂ ਹੋਰ ਕਈ ਫੈਸਲੇ ਨੇ ਕਦੋਂ ਜਿਹੜੇ ਲਾਗੂ ਹੋਣਗੇ, ਇਹ ਦੇਖਣਾ ਬਾਕੀ ਹੈ।